ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਅਪਾਰ ਕਿਰਪਾ ਕਰਕੇ ਸਾਨੂੰ ਇਹ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦੀਆਂ ਇਹ ਘੜੀਆਂ ਬਖਸ਼ ਰਹੇ ਹਨ। ਕੋਟਾਨ ਕੋਟ ਸ਼ੁਕਰਾਨਾ। ਸੰਗਤ ਜੀ, ਅੱਜ ਅਸੀਂ ਦੇਖਾਂਗੇ ਕਿ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਾ ਸੱਚਖੰਡ ਪਿਆਨਾ ਔਰ ਉਹਨਾਂ ਦੇ ਸਰੀਰ ਦਾ ਜੋ ਆਖਰੀ ਕਿਰਿਆ ਸੰਸਕਾਰ ਉਹ ਸੰਗਤਾਂ ਨੇ ਕਿੱਦਾਂ ਕੀਤਾ। ਔਰ ਅਸੀਂ ਅੱਜ ਦੋ ਦੋ ਪੰਕਤੀਆਂ ਅਸੀਂ ਲਿੱਤੀਆਂ ਨੇ। ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਅਸੀਂ ਇਹ ਪੂਰਾ ਸ਼ਬਦ ਨਹੀਂ ਲਿੱਤਾ, ਅਸੀਂ ਵਿੱਚੋਂ ਦੋ ਦੋ ਤੁਕਾਂ ਲੈ ਕੇ ਅੱਜ ਅਸੀਂ ਪਾਤਸ਼ਾਹ ਦੀ ਸਿਫਤ ਸਲਾਹ ਕਰਾਂਗੇ। ਪਿਛਲੀ ਵਾਰ ਅਸੀਂ ਕਥਾ ਕੀਤੀ ਸੀ ਕਿ ਪਾਤਸ਼ਾਹ ਨੇ ਰਾਤ ਦੇ ਸਮੇਂ ਗੁਰਤਾ ਗੱਦੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਖਸ਼ ਦਿੱਤੀ ਔਰ ਮੁਖ ਤੋਂ ਬਚਨ ਕੀਤਾ, ਬਾਬਾ ਬਸੈ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ। ਉਹਨਾਂ ਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ ਔਰ ਸੰਗਤ ਵਿੱਚ ਪਤਾ ਸੀ ਕਿ ਅੱਜ ਪਾਤਸ਼ਾਹ ਕਿਹੜੇ ਵੇਲੇ ਆਪਣਾ ਸਰੀਰ ਤਿਆਗ ਦੇਣ। ਇਸੇ ਲਈ ਉਸ ਰਾਤ ਕੋਈ ਨਹੀਂ ਸੁੱਤਾ। ਗੱਲਾਂ ਬਾਤਾਂ ਦੇ ਵਿੱਚ, ਪਾਤਸ਼ਾਹ ਦੇ ਬਚਨ ਬਿਲਾਸ ਦੇ ਵਿੱਚ ਰਾਤ ਦਾ ਸਮੇਂ ਬੀਤਦਾ ਜਾ ਰਿਹਾ ਹੈ, ਬੀਤਦਾ ਜਾ ਰਿਹਾ ਹੈ। ਕਿਸੇ ਨੂੰ ਜੋ ਵਾਹਿਗੁਰੂ ਦੇ ਨਾਲ ਉਹ ਸਾਰੀ ਸੰਗਤ ਉੱਥੇ ਬੈਠੀ ਹੋਈ ਸੀ ਔਰ ਜਿਸ ਤਰ੍ਹਾਂ ਪਤਾ ਸੰਗਤ ਨੂੰ ਚੱਲਦਾ ਜਾ ਰਿਹਾ ਸੀ ਕਿ ਸਤਿਗੁਰਾਂ ਨੇ ਆਪਣਾ ਸਰੀਰ ਤਿਆਗ ਦੇਣਾ ਹੈ, ਦੂਰੋਂ ਨੇੜੋਂ ਸੰਗਤਾਂ ਆਈਆਂ ਜਾ ਰਹੀਆਂ ਸੀ। ਅੰਦਰ ਬਾਹਰ ਸੰਗਤਾਂ ਦਾ ਇੰਨਾ ਇਕੱਠਾ ਹੋ ਗਿਆ ਸੀ ਕਿ ਬੈਠਣ ਨੂੰ ਉੱਥੇ ਜਗ੍ਹਾ ਨਹੀਂ ਸੀ ਸੰਗਤ ਜੀ। ਔਰ ਸਾਰੀ ਰਾਤ ਕੋਈ ਨਹੀਂ ਸੁੱਤਾ। ਸਾਰਿਆਂ ਦੀ ਕੋਸ਼ਿਸ਼ ਇਹ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਪਾਤਸ਼ਾਹ ਦੇ ਬਚਨ ਸੁਣ ਲਈਏ, ਅਸੀਂ ਪਾਤਸ਼ਾਹ ਦੇ ਦਰਸ਼ਨ ਕਰ ਲਈਏ। ਪਤਾ ਨਹੀਂ ਕਿਹੜੇ ਵਕਤ ਕਿਹੜੇ ਵੇਲੇ ਪਾਤਸ਼ਾਹ ਆਪਣਾ ਸਰੀਰ ਤਿਆਗ ਦੇਣ, ਫਿਰ ਤੇ ਇਹ ਦਰਸ਼ਨ ਕਰਨ ਦਾ ਮੌਕਾ ਹੀ ਨਹੀਂ ਮਿਲਣਾ। ਕੋਈ ਨਹੀਂ ਸੁੱਤਾ, ਸਾਰਿਆਂ ਦੇ ਚਿਹਰਿਆਂ ਤੇ ਮੁਖ ਤੇ ਵਿਰਾਗ ਸੀ। ਅੱਧੀ ਰਾਤ ਬੀਤੀ, ਮਾਤਾ ਜੀ ਪਾਤਸ਼ਾਹ ਕੋਲ ਆਂਦੇ ਨੇ। ਆ ਕੇ ਦੇਖਿਆ ਕਿ ਅੰਦਰ ਬਾਹਰ ਸਾਰਾ ਸੰਗਤਾਂ ਦੇ ਨਾਲ ਭਰਿਆ ਹੋਇਆ ਹੈ। ਕੀ ਵੱਡਾ ਕੀ ਛੋਟਾ, ਹਰ ਇੱਕ ਕੋਈ ਆ ਰਿਹਾ ਹੈ, ਸਤਿਗੁਰਾਂ ਦੇ ਸਤਿਕਾਰ ਦੇ ਵਿੱਚ ਝੁਕ ਰਿਹਾ ਹੈ। ਮਾਤਾ ਜੀ ਦੇਖਦੇ ਨੇ, ਮਾਤਾ ਜੀ ਮਨ ਵਿੱਚ ਵਿਚਾਰ ਕਰਦੇ ਨੇ ਕਿ ਇਹ ਦੀਨ ਦੁਨੀਆ ਦੇ ਮਾਲਕ, ਇਹ ਮੇਰੇ ਪੁੱਤਰ, ਇਹ ਸਰਬ ਕਲਾ ਸਮਰੱਥ ਨੇ। ਇਹ ਚਾਹਣ ਤੇ ਆਪਣੀ ਆਯੂ 8 ਯੁੱਗ ਵਧਾ ਸਕਦੇ ਨੇ। ਇਹ ਚਾਹਣ, ਇਹਨਾਂ ਦੇ ਹੱਥ ਵਿੱਚ ਕੀ ਨਹੀਂ ਹੈ। ਹਰ ਇੱਕ ਚੀਜ਼, ਹਰ ਇੱਕ ਸ਼ਕਤੀ ਮੇਰੇ ਪੁੱਤਰ ਦੇ ਹੱਥ ਵਿੱਚ ਹੈ। ਪਰ ਇਹ ਅਕਾਲ ਪੁਰਖ ਦਾ ਵੀ ਇਹੀ ਹੁਕਮ ਹੈ, ਪਰਮੇਸ਼ਵਰ ਦਾ ਵੀ ਇਹੀ ਖੇਡ ਹੈ, ਇਹ ਪਰਮੇਸ਼ਵਰ ਦੀ ਖੇਡ ਹੈ। ਪਾਤਸ਼ਾਹ ਨੇ ਬੇਸ਼ੱਕ ਮਾਤਾ ਜੀ ਨੂੰ ਕਿੰਨੇ ਉਪਦੇਸ਼ ਦਿੱਤੇ ਸੀ, ਮਾਤਾ ਜੀ ਨੂੰ ਬੜਾ ਸਮਝਾਇਆ ਸੀ, ਉਪਦੇਸ਼ ਦਿੱਤੇ ਸੀ, ਪਰ ਮਾਂ ਸੀ, ਮਾਤਾ ਜੀ ਸੀ, ਉਹਨਾਂ ਨੂੰ ਪਤਾ ਸੀ ਕਿ ਮੇਰੇ ਪੁੱਤਰ ਨੇ ਸਰੀਰ ਤਿਆਗ ਦੇਣਾ ਹੈ। ਪੁੱਤਰ ਨੂੰ ਪਤਾ ਸੀ ਕਿ ਅੱਜ ਅਸੀਂ ਆਪਣਾ ਸਰੀਰ ਤਿਆਗ ਦੇਣਾ ਹੈ। ਤੇ ਮਾਤਾ ਜੀ ਮਨ ਚ ਵਿਰਾਗ ਹੈ, ਆ ਕੇ ਸਤਿਗੁਰਾਂ ਦੇ ਚਰਨਾਂ ਵਾਲੇ ਪਾਸੇ ਖੜੇ ਹੋ ਜਾਂਦੇ ਨੇ। ਤੇ ਜਦੋਂ ਪਾਤਸ਼ਾਹ ਮਾਤਾ ਜੀ ਨੂੰ ਇਸ਼ਾਰਾ ਕਰਦੇ ਨੇ ਕਿ ਮਾਤਾ ਜੀ ਤੁਸੀਂ ਸਾਡੇ ਸਿਰਹਾਣੇ ਵਾਲੇ ਪਾਸੇ ਆ ਕੇ ਬੈਠੋ, ਚਰਨਾਂ ਵਾਲੇ ਪਾਸੇ ਨਹੀਂ। ਤੇ ਮਾਤਾ ਜੀ ਸਿਰਹਾਣੇ ਵਾਲੇ ਪਾਸੇ ਆਂਦੇ ਨੇ। ਸੰਗਤ ਜੀ,
ਜੋਤ ਤੇ ਪਰਮਾਤਮਾ ਦੀ, ਉਹ ਆਪ ਪਰਮਾਤਮਾ ਦਾ ਰੂਪ, ਪਰਮੇਸ਼ਵਰ ਦਾ ਰੂਪ। ਪਰ ਕਿਤੇ ਨਾ ਕਿਤੇ ਉਹ ਮਾਤਾ ਜੀ ਦੇ ਉਸ ਪੁੱਤਰ ਵੀ ਨੇ। ਦੁੱਖ ਹੈ ਮਾਤਾ ਨੂੰ ਕਿ ਅੱਜ ਮੇਰੇ ਪੁੱਤਰ ਨੇ ਸਰੀਰ ਤਿਆਗ ਦੇਣਾ ਹੈ। ਸਿਰਹਾਣੇ ਦੇ ਕੋਲ ਬੈਠ ਕੇ ਆਪਣੇ ਪੁੱਤਰ ਦਾ ਚਿਹਰਾ ਦੇਖੀ ਜਾ ਰਹੇ ਨੇ, ਔਰ ਉਹਨਾਂ ਨੂੰ ਯਾਦ ਆਂਦਾ ਹੈ ਕਿ ਬਚਪਨ ਤੋਂ ਇਹ ਚਿਹਰੇ ਦੇ ਮੈਂ ਦਰਸ਼ਨ ਕਰਦੀ ਆ ਰਹੀ ਹਾਂ, ਔਰ ਇਹ ਚਿਹਰਾ ਮੈਂ ਦੇਖ ਰਹੀ ਹਾਂ ਕਿ ਬਚਪਨ ਤੋਂ ਖਿੜਿਆ ਰਿਹਾ ਹੈ। ਹਮੇਸ਼ਾ ਇਹਨਾਂ ਦੇ ਮੁਖ ਤੇ ਖੁਸ਼ੀ ਰਹੀ ਹੈ, ਇਹਨਾਂ ਦੇ ਮੁਖ ਤੇ ਮੈਂ ਕਦੀ ਸ਼ੋਕ ਨਹੀਂ ਦੇਖਿਆ। ਔਰ ਦੇਖ ਰਹੇ ਨੇ ਮਾਤਾ ਜੀ ਕਿ ਬਚਪਨ ਤੋਂ ਖਿੜਿਆ ਮੁਖੜਾ ਜਿਹੜਾ ਰਿਹਾ ਹੈ, ਅੱਜ ਉਸ ਮੁਖੜੇ ਦੇ ਉੱਤੇ ਦਾਣੇ ਹਨ। ਮਾਤਾ ਜੀ ਦੇਖਦੇ ਨੇ, ਔਰ ਫਿਰ ਸਤਿਗੁਰਾਂ ਦੇ ਅੱਗੇ ਉਹ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ हे ਸੱਚੇ ਪਾਤਸ਼ਾਹ, हे ਦੀਨ ਦੁਨੀਆ ਦੇ ਮਾਲਿਕ, ਜਿੱਥੇ ਆਪ ਦੀਨ ਦੁਨੀਆ ਦੇ ਮਾਲਿਕ ਹੋ, ਉੱਥੇ ਆਪ ਮੇਰੇ ਪੁੱਤਰ ਵੀ ਹੋ। ਐਨੀ ਵੱਡੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਆਪ ਵਾਰਿਸ ਹੋ, ਐਨੀ ਵੱਡੀ ਗੱਦੀ ਦੇ ਤੁਸੀਂ ਮਾਲਕ ਹੋ, ਪਰ ਤੁਸੀਂ ਹੋ ਮੇਰੇ ਪੁੱਤਰ। ਮੈਂ ਆਪ ਜੀ ਦੇ ਬਿਨਾ ਕਿਸ ਤਰ੍ਹਾਂ ਰਹਿ ਪਾਵਾਂਗੀ। ਫਿਰ ਮਾਤਾ ਜੀ ਬੇਨਤੀ ਅੱਗੇ ਕਰਦੇ ਨੇ, ਕਹਿੰਦੇ ਨੇ ਕਿ ਮੈਂ ਬੜੀ ਵਡਭਾਗੀ ਰਹੀ ਹਾਂ ਕਿ ਮੈਂ ਆਪ ਜੀ ਦੀ ਮਾਤਾ ਹਾਂ, ਕਿ ਮੇਰੇ ਬੜੇ ਵੱਡੇ ਭਾਗ ਸੀ ਕਿ ਮੈਂ ਗੁਰੂ ਘਰ ਦੀ ਨੂੰਹ ਬਣ ਕੇ ਆਈ। ਮੇਰੇ ਭਾਗ ਜਾਗੇ, ਮੈਂ ਗੁਰੂ ਘਰ ਦੀ ਨੂੰਹ ਬਣ ਕੇ ਆਈ, ਔਰ ਜਿਸ ਗੱਦੀ ਤੇ ਆਪ ਬਿਰਾਜਮਾਨ ਹੋ, ਇੱਥੇ ਆਪ ਜੀ ਦੇ ਪਿਤਾ ਜੀ ਵੀ ਬਿਰਾਜਮਾਨ ਸਨ। ਕਿਉਂਕਿ ਸੰਗਤ ਜੀ, ਜਦੋਂ ਮਾਤਾ ਜੀ ਦਾ ਆਨੰਦ ਕਾਰਜ ਹੋਇਆ, ਉਦੋਂ ਵੱਡੇ ਗੁਰੂ ਸਾਹਿਬਾਨ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ, ਉਹ ਗੁਰਤਾ ਗੱਦੀ ਤੇ ਬਿਰਾਜਮਾਨ ਸੀ, ਉਹ ਗੁਰੂ ਸਨ। ਤੇ ਮਾਤਾ ਜੀ ਨਾਮ ਨਹੀਂ ਲੈਂਦੇ। ਮਾਤਾ ਜੀ ਕਹਿੰਦੇ ਆਪ ਜੀ ਦੇ ਪਿਤਾ ਜੀ ਦੇ ਦਰਸ਼ਨ ਕਰਨ ਦਾ, ਮੈਨੂੰ ਗੁਰੂ ਦਾ ਦਰਸ਼ਨ ਕਰਨ ਦਾ ਮੈਨੂੰ ਸੁਭਾਗ ਮਿਲਿਆ। ਮੇਰੇ ਭਾਗ ਚੰਗੇ ਸੀ। ਔਰ ਜਿੱਥੇ ਸੰਗਤਾਂ ਨੇ ਆਪ ਜੀ ਦੇ ਪਿਤਾ ਜੀ ਨੂੰ ਸਤਿਕਾਰ ਬਖਸ਼ਿਆ, ਤੇ ਨਾਲ ਹੀ ਉਹਨਾਂ ਨੇ ਸਤਿਕਾਰ ਮੈਨੂੰ ਵੀ ਬਖਸ਼ਿਆ। ਤੇ ਮੈਂ ਆਪ ਜੀ ਦੇ ਪਿਤਾ ਜੀ ਨੇ ਮੈਨੂੰ ਆਸ਼ੀਰਵਾਦ ਦਿੱਤਾ, ਮੇਰੇ ਭਾਗ ਖੁੱਲੇ ਤੇ ਮੇਰੀ ਕੁੱਖ ਨੂੰ ਭਾਗ ਲੱਗਾ, ਔਰ ਆਪ ਜੀ ਦਾ ਅਵਤਾਰ ਹੋਇਆ। ਤੁਹਾਨੂੰ ਵੇਖ ਵੇਖ ਕੇ ਮੈਂ ਜੀਂਦੀ ਰਹੀ ਹਾਂ, ਤੁਹਾਨੂੰ ਵੇਖ ਵੇਖ ਕੇ ਮੈਂ ਤੁਹਾਨੂੰ ਵੱਡੇ ਹੁੰਦਿਆਂ ਮੈਂ ਦੇਖਿਆ ਹੈ। ਔਰ ਛੋਟੀ ਜੀ ਉਮਰ ਦੇ ਵਿੱਚ ਆਪ ਜੀ ਦੇ ਪਿਤਾ ਜੀ ਨੇ ਆਪ ਨੂੰ ਗੁਰਤਾ ਗੱਦੀ ਸੌਂਪ ਕੇ ਤੇ ਆਪ ਉਹ ਸੱਚਖੰਡ ਚਲੇ ਗਏ। ਐਸਾ ਕੋਈ ਦਿਹਾੜਾ ਨਹੀਂ ਰਿਹਾ ਕਿ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਜਲਪਾਨ ਛਕਿਆ ਹੋਵੇ। ਆਪ ਜੀ ਦੇ ਦਰਸ਼ਨ ਕੀਤੇ ਬਗੈਰ ਮੈਂ ਜਲਪਾਨ ਨਹੀਂ ਛਕਦੀ ਹੈ ਸੱਚੇ ਪਾਤਸ਼ਾਹ। ਹੁਣ ਆਪ ਜੀ ਨੇ ਸਰੀਰ ਤਿਆਗਣ ਦਾ ਸੋਚ ਲਿੱਤਾ ਹੈ, ਤੇ ਮੈਂ ਆਪ ਜੀ ਦੇ ਬਿਨਾਂ ਕਿਸ ਤਰ੍ਹਾਂ ਰਹਿ ਪਾਵਾਂਗੀ। ਆਪ ਜੀ ਦੇ ਇਲਾਵਾ ਮੇਰਾ ਸਹਾਰਾ ਕੌਣ ਹੈ। ਆਪ ਜੀ ਤੋਂ ਬਗੈਰ ਮੇਰੀ ਹਾਲਤ ਇਸ ਤਰ੍ਹਾਂ ਹੈ, ਇਸ ਤਰ੍ਹਾਂ ਹੋਵੇਗੀ ਜਿਸ ਤਰ੍ਹਾਂ ਪਾਣੀ ਤੋਂ ਬਗੈਰ ਮੱਛੀ। ਇੱਕ ਪਾਸੇ ਪਾਣੀ ਹੈ ਔਰ ਇੱਕ ਪਾਸੇ ਮੱਛੀ ਹੈ। ਪਾਣੀ ਤੋਂ ਬਗੈਰ ਮੱਛੀ ਜਿੰਦਾ ਕਿਸ ਤਰ੍ਹਾਂ ਰਹਿ ਸਕਦੀ ਹੈ। ਇਹ ਮਾਤਾ ਜੀ ਸਤਿਗੁਰਾਂ ਅੱਗੇ ਬੇਨਤੀ ਕਰਦੇ ਨੇ, ਔਰ ਕਹਿੰਦੇ ਨੇ ਕਿ ਮੈਂ ਆਪ ਜੀ ਦੇ ਬਗੈਰ ਜਿੰਦਾ ਨਹੀਂ ਰਹਿ ਸਕਦੀ, ਮੈਂ ਆਪ ਜੀ ਦੇ ਬਗੈਰ ਰਹਿ ਨਹੀਂ ਪਾਵਾਂਗੀ ਸੱਚੇ ਪਾਤਸ਼ਾਹ। ਮੇਰੇ ਆਪ ਜੀ ਦੇ ਬਗੈਰ ਤੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਆਪ ਜੀ ਦੇ ਬਗੈਰ ਮੈਂ ਦੁੱਖਾਂ ਦੇ ਸਮੁੰਦਰ ਦੇ ਵਿੱਚ ਡੁੱਬ ਜਾਵਾਂਗੀ, ਕਿਉਂਕਿ ਆਪ ਹੀ ਮੇਰਾ ਸਹਾਰਾ ਹੋ, ਆਪ ਹੀ ਇਸ ਸੰਗਤ ਦਾ, ਇਸ ਦੁਨੀਆ ਦਾ ਸਹਾਰਾ ਹੋ। ਆਪ ਤੋਂ ਬਗੈਰ ਇਸ ਸੰਗਤ ਦਾ ਮੇਰਾ ਇਹ ਕੌਣ ਹੋਏਗਾ, ਕੌਣ ਸਹਾਰਾ ਬਣੇਗਾ। ਤੇ ਜਦੋਂ ਇਸ ਤਰ੍ਹਾਂ ਦੇ ਬਚਨ ਮਾਤਾ ਜੀ ਦੇ ਮੁਖੋਂ ਸੰਗਤ ਨੇ ਸੁਣਿਆ, ਤੇ ਸੰਗਤ ਵਿੱਚ ਵੀ ਬੈਰਾਗ ਆ ਗਿਆ।
ਵੈਰਾਗ ਛਾ ਗਿਆ, ਸਾਰਿਆਂ ਦੇ ਨੇਤਰਾਂ ਦੇ ਵਿੱਚ ਜਲ ਭਰ ਆਇਆ ਸੰਗਤ ਜੀ। ਜਦੋਂ ਮਾਤਾ ਜੀ ਇਹ ਬੇਨਤੀਆਂ ਕਰ ਰਹੇ ਸੀ ਤੇ ਫਿਰ ਪਾਤਸ਼ਾਹ ਨੇ ਮਾਤਾ ਜੀ ਨੂੰ ਉੱਤਰ ਦਿੱਤਾ। ਕਿਆ ਮਾਤਾ ਜੀ, ਇਹ ਸਰੀਰ ਨਾ ਸਾਡਾ ਰਹਿਣਾ ਹੈ ਨਾ ਆਪ ਜੀ ਦਾ ਰਹਿਣਾ ਹੈ, ਤੇ ਫਿਰ ਇਸ ਸਰੀਰ ਦੇ ਨਾਲ ਆਪ ਇੰਨਾ ਮੋਹ ਕਿਉਂ ਰੱਖਦੇ ਹੋ? ਔਰ ਇੱਕ ਗੱਲ ਮਾਤਾ ਜੀ ਅਸੀਂ ਅੱਜ ਤੁਹਾਨੂੰ ਦੱਸ ਦਈਏ ਕਿ ਸਾਡੇ ਤੋਂ ਬਗੈਰ, ਸਾਡੇ ਤੋਂ ਬਾਅਦ ਵੀ ਆਪ ਜੀ ਦੀ ਉਮਰ ਜ਼ਿਆਦਾ ਨਹੀਂ ਰਹਿਣੀ। ਸਾਡੇ ਜਾਣ ਤੋਂ ਬਾਅਦ ਵੀ ਆਪ ਜੀ ਦੀ ਉਮਰ ਬਹੁਤ ਥੋੜੀ ਹੈ। ਆਪ ਜੀ ਜੋ ਦਰਸ਼ਨਾਂ ਬਗੈਰ ਰਹਿ ਨਹੀਂ ਸਕਦੇ, ਸਾਡੇ ਤੋਂ ਬਾਅਦ ਵੀ ਆਪ ਜਲਦੀ ਹੀ ਸੱਚਖੰਡ ਆਪ ਆ ਜਾਓਗੇ। ਸੱਚਖੰਡ ਤੁਸੀਂ ਵੀ ਆਪਣਾ ਸਰੀਰ ਤਿਆਗ ਦੇਣਾ ਹੈ ਸਾਡੇ ਜਾਣ ਤੋਂ ਬਾਅਦ ਜਲਦੀ ਹੀ, ਔਰ ਤੁਸੀਂ ਜਾ ਕੇ ਪਿਤਾ ਜੀ ਨੂੰ ਸੱਚਖੰਡ ਵਿੱਚ ਮਿਲੋਗੇ ਔਰ ਤੁਸੀਂ ਰੋਜ਼ ਦਰਸ਼ਨ ਕਰ ਪਾਓਗੇ। ਸੰਗਤ ਜੀ ਇਹ ਕਹਿ ਕੇ, ਕਿਉਂਕਿ ਮਾਤਾ ਜੀ ਬਹੁਤ ਬੈਰਾਗ ਕਰ ਰਹੇ ਸੀ, ਇਹ ਸਾਰੇ ਬਚਨ ਕਹਿ ਕੇ ਸਤਿਗੁਰੂ ਥੋੜਾ ਜਿਹਾ ਉੱਠਦੇ ਨੇ ਔਰ ਮਾਤਾ ਜੀ ਦੇ ਵੱਲ ਇੱਕ ਦ੍ਰਿਸ਼ਟੀ ਪਾਉਂਦੇ ਨੇ, ਨਿਗਾਹ ਭਰ ਕੇ ਮਾਤਾ ਜੀ ਵੱਲ ਦੇਖਦੇ ਨੇ, ਔਰ ਉਹ ਦ੍ਰਿਸ਼ਟੀ ਐਸੀ ਸਤਿਗੁਰਾਂ ਨੇ ਮਾਤਾ ਜੀ ਉੱਤੇ ਪਾਈ ਕਿ ਉਸ ਦ੍ਰਿਸ਼ਟੀ ਦੇ ਪਾਉਂਦੇ ਹੀ ਜੋ ਇਹ ਮੋਹ ਸੀ ਮਾਤਾ ਜੀ ਦੇ ਵਿੱਚ, ਇਹ ਮਾਇਆ ਦਾ ਮੋਹ, ਇਹ ਮਾਇਆ ਸੰਗਤ ਜੀ ਅਸੀਂ ਮਾਇਆ ਸੋਚਦੇ ਹਾਂ ਸਿਰਫ ਪੈਸਾ, ਪਰ ਇਹ ਜੋ ਮਾਇਆ ਹੈ ਉਹ ਚਾਹੇ ਪੁੱਤਰ ਦਾ ਮੋਹ ਹੈ, ਚਾਹੇ ਉਹ ਦੁੱਖ ਸੁੱਖ ਦਾ ਹੈ, ਦੁੱਖ ਸੁੱਖ ਨੂੰ ਮਹਿਸੂਸ ਕਰਨਾ ਜਾਂ ਮਹਿਸੂਸ ਕਰਨਾ ਕਿ ਸਾਡਾ ਸਹਾਰਾ ਕੌਣ ਬਣੇਗਾ, ਇਹ ਜੋ ਮੋਹ ਹੁੰਦਾ ਹੈ, ਇਹ ਜਦੋਂ ਸਤਿਗੁਰਾਂ ਨੇ ਮਾਤਾ ਜੀ ਦੇ ਉੱਤੇ ਦ੍ਰਿਸ਼ਟੀ ਪਾਈ ਤੇ ਇੱਕ ਹੀ ਦ੍ਰਿਸ਼ਟੀ ਪਾਉਣ ਦੇ ਨਾਲ ਇਹ ਮੋਹ ਮਿਟਾ ਦਿੱਤਾ। ਔਰ ਇੱਕ ਦ੍ਰਿਸ਼ਟੀ ਜੋ ਸਤਿਗੁਰਾਂ ਨੇ ਮਾਤਾ ਜੀ ਉੱਤੇ ਪਾਈ, ਉਹ ਦ੍ਰਿਸ਼ਟੀ ਇਸ ਤਰ੍ਹਾਂ ਦੀ ਸੀ ਕਿ ਮਾਤਾ ਜੀ ਨੂੰ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਲੈ ਗਈ ਉਹ ਦ੍ਰਿਸ਼ਟੀ। ਉਹ ਜਦੋਂ ਮਾਤਾ ਜੀ ਤੇ ਸਤਿਗੁਰਾਂ ਨੇ ਇਸ ਤਰ੍ਹਾਂ ਦੀ ਬ੍ਰਹਮ ਗਿਆਨ ਵਾਲੀ, ਇਸ ਤਰ੍ਹਾਂ ਦੀ ਮਿਹਰ ਭਰੀ ਦ੍ਰਿਸ਼ਟੀ ਪਾਈ ਕਿ ਮਾਤਾ ਜੀ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ, ਤੇ ਉਸੇ ਸਮੇਂ ਮਾਤਾ ਜੀ ਦੇ ਨੇਤਰ ਬੰਦ ਹੋ ਗਏ ਔਰ ਉसी ਸਥਾਨ ਤੇ ਮਾਤਾ ਜੀ ਦੀ ਸਮਾਧि ਲੱਗ ਗਈ। ਔਰ ਕੁछ देर तक ਮਾਤਾ ਜੀ ਨੇ ਨੇਤਰ ਨਹੀਂ ਖੋਲੇ, ਸਮਾਧि ਵਿੱਚ ਹੀ ਰਹੇ। ਉਸ ਸਮੇਂ ਦੇ ਵਿੱਚ ਜਦੋਂ ਮਾਤਾ ਜੀ ਨੂੰ ਮਾਤਾ ਜੀ ਦੀ ਸਮਾਧि ਲੱਗ ਗਈ ਔਰ ਮਾਤਾ ਜੀ ਦੇ ਨੇਤਰ ਬੰਦ ਹੋ ਗਏ, ਉਸ ਸਮੇਂ ਤੇ ਮਾਤਾ ਜੀ ਨੂੰ ਗਿਆਨ ਹੋ ਗਿਆ ਕਿ ਮੈਂ ਤੇ ਮਾਂ ਪੁੱਤਰਾਂ ਵਾਲੀਆਂ ਗੱਲਾਂ ਕਰ ਰਹੀ ਹਾਂ, ਪਰ ਇਹ ਤੇ ਪਰਮੇਸ਼ਵਰ ਦੀ ਖੇਡ ਹੈ। ਪਰਮੇਸ਼ਵਰ ਮੇਰਾ ਪੁੱਤਰ ਬਣ ਕੇ ਮੇਰੇ ਸਾਹਮਣੇ ਬੈਠਾ ਹੈ। ਔਰ ਇਹ ਮਾਤਾ ਜੀ ਨੂੰ ਜਦੋਂ ਇਹ ਗੱਲ ਦਾ ਅਹਿਸਾਸ ਹੋਇਆ ਕਿ ਇਹ ਸਭ ਪਰਮਾਤਮਾ ਦੀ ਹੀ ਖੇਡ ਹੈ, ਇਹ ਮਾਤਾ ਜੀ ਨੂੰ ਇਹ ਪਾਤਸ਼ਾਹ ਨੇ ਉਹਨਾਂ ਦੀ ਅਵਸਥਾ, ਉਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਬਖਸ਼ ਦਿੱਤੀ। ਹੁਣ ਸੰਗਤ ਜੀ ਅੱਧੀ ਰਾਤ ਨਾਲੋਂ ਜ਼ਿਆਦਾ ਸਮੇਂ ਹੋ ਚੁੱਕਿਆ, ਅੱਧੀ ਰਾਤ ਤੋਂ ਇੱਕ ਘੜੀ ਉੱਪਰ ਸਮੇਂ ਬਤੀਤ ਹੋ ਚੁੱਕਿਆ ਹੈ ਔਰ ਹਾਲੀ ਅੰਮ੍ਰਿਤ ਵੇਲਾ ਨਹੀਂ ਹੋਇਆ। ਬਸ ਅੰਮ੍ਰਿਤ ਵੇਲਾ ਹੋਣ ਹੀ ਵਾਲਾ ਹੈ ਤੇ ਪਾਤਸ਼ਾਹ ਨੇ ਬਚਨ ਕੀਤਾ ਕਿ ਹੁਣ ਅਸੀਂ ਸਰੀਰ ਤਿਆਗਣ ਦੀ ਤਿਆਰੀ ਕਰ ਲਿੱਤੀ ਹੈ, ਔਰ ਸਾਰਿਆਂ ਨੂੰ ਕਿਹਾ ਕਿ ਤੁਸੀਂ ਹੁਣ ਸਾਰੇ ਬਾਹਰ ਚਲੇ ਜਾਓ, ਸਿਰਫ ਸਾਡੇ ਕੋਲ ਮਾਤਾ ਜੀ ਔਰ 5-7 ਸਿੱਖ ਜੋ ਸਤਿਗੁਰਾਂ ਦੀ ਸੇਵਾ ਦੇ ਵਿੱਚ ਸੀ, ਕਿ ਸਿਰਫ 5-7 ਸਿੱਖ ਸਾਡੇ ਕੋਲ ਰਹਿਣਗੇ, ਜਿਨ੍ਹਾਂ ਦੇ ਵਿੱਚ ਭਾਈ ਗੁਰਬਖਸ਼ ਜੀ ਸੀ, ਗੁਰਬਖਸ਼ ਮਸੰਦ ਜੀ ਸੀਗੇ। ਪਾਤਸ਼ਾਹ ਨੇ ਰਾਜਾ ਜੈ ਸਿੰਘ ਨੂੰ ਵੀ ਬਾਹਰ ਭੇਜ ਦਿੱਤਾ ਕਿ ਤੁਸੀਂ ਹੁਣ ਸਾਰੇ ਜਾਓ, ਸਾਡੇ ਕੋਲ ਹੁਣ ਅੰਦਰ ਕੋਈ ਨਹੀਂ ਆਏਗਾ ਸਾਡੇ ਕਮਰੇ ਦੇ ਵਿੱਚ। ਔਰ ਪਾਤਸ਼ਾਹ ਨੇ ਸਾਰਿਆਂ ਨੂੰ ਹੁਕਮ ਦਿੱਤਾ ਕਿ ਅਸੀਂ ਆਪਣਾ ਸਰੀਰ ਤਿਆਗਣਾ ਹੈ ਔਰ ਹੁਣ ਜੋ ਸਾਡੇ ਪਾਸ ਨੇ ਉਹ ਕੋਈ ਵੀ ਆਪਣੇ ਮੁਖ ਤੋਂ ਕੋਈ ਬਚਨ ਨਹੀਂ ਬੋਲੇਗਾ, ਕੋਈ ਆਪਣੇ ਮੁਖ ਤੋਂ ਕੋਈ ਸ਼ਬਦ ਨਹੀਂ ਬੋਲੇਗਾ। ਈਵਨ ਉਹਨਾਂ ਨੇ ਮਾਤਾ ਜੀ ਨੂੰ ਵੀ ਕਹਿ ਦਿੱਤਾ ਕਿ ਮਾਤਾ ਜੀ ਤੁਸੀਂ ਵੀ ਹੁਣ ਆਪਣੇ ਮੁਖ ਤੋਂ ਕੁਝ ਨਹੀਂ ਬੋਲੋਗੇ। ਔਰ ਦਾਸਾਂ ਨੂੰ ਵੀ ਪਾਤਸ਼ਾਹ ਨੇ ਕਿਹਾ ਕਿ ਹੁਣ ਤੁਸੀਂ
सिर्फ साडे पास रहोगे, हुण कोई भी मुख तो कुछ नहीं बोलेगा। और ये कह के पातशाह लेट गए और अपने मुख ते उन्होंने चादर ऊपर कर ली थी, मुख भी मुखड़ा भी ढक लिया पातशाह ने, और आवाज आन लग गई, वाहेगुरु 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 वाहेगुरु। हौली हौली पातशाह ने वाहेगुरु का सिमरन शुरू कर दिता। सिमरन करदे करदे वाहेगुरु करदे करदे कुछ देर बाद आवाज आनी बंद हो गई। संगत जी, ज्योति जोत रली संपूर्ण थिया राम। हुण भाई संतोख सिंह जी लिखते ने, संगत जी, ਇਹ ਦੋ ਚੀਜ਼ਾਂ ਹੁੰਦੀਆਂ ਹੈ। ਇੱਕ ਤੇ ਅਸੀਂ ਜਦੋਂ ਕਿਸੇ ਦੀ ਵੀ ਜਦੋਂ ਮ੍ਰਿਤਿੂ ਹੁੰਦੀ ਹੈ, ਉਹਦੇ ਸਰੀਰ ਦੇ ਵਿੱਚੋਂ ਜੋ ਪਰਮਾਤਮਾ ਦੀ ਜੋਤ ਜਦੋਂ ਨਿਕਲਦੀ ਹੈ, ਜਿਹਨੂੰ ਅਸੀਂ ਆਤਮਾ ਕਹਿੰਦੇ ਆ, ਉਹ ਜਦੋਂ ਉੱਤੇ ਜਾਂਦੀ ਹੈ, ਪਰਮਾਤਮਾ ਦੇ ਕੋਲ ਜਾਂਦੀ ਹੈ। ਅਸੀਂ ਕਈ ਵਾਰੀ ਸੁਣਿਆ ਹੋਇਆ ਹੁੰਦਾ ਹੈ, ਕਈ ਵਾਰੀ ਸੁਣਿਆ ਹੈ ਸਾਖੀਆਂ ਦੇ ਵਿੱਚ ਕਿ ਜੋ ਨਾਮ ਸਿਮਰਨ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਪਰਮਾਤਮਾ ਆਪ ਲੈਣ ਆਉਂਦੇ ਨੇ। ਪਰ ਇੱਥੇ ਗੁਰੂ ਦੀ ਗੱਲ ਹੋ ਰਹੀ ਹੈ ਸੰਗਤ ਜੀ। ਜਦੋਂ ਪਾਤਸ਼ਾਹ ਨੇ ਆਪਣਾ ਸਰੀਰ ਤਿਆਗਿਆ ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਨੇ ਦਾ ਵਿਮਾਨ ਆਇਆ, ਜਿਹਦੀ ਸੇਵਾ ਦੇਵਤਾ ਕਰ ਰਹੇ ਸੀ। ਦੇਵਤਾ ਚਵਰ ਸਾਹਿਬ ਲੈ ਕੇ ਖੜੇ ਸੀ ਪਾਤਸ਼ਾਹ ਦੀ ਸੇਵਾ ਦੇ ਵਿੱਚ, ਔਰ ਸੋਨੇ ਦਾ ਉਹ ਵਿਮਾਨ ਸੀ। ਪਾਤਸ਼ਾਹ ਜਾ ਕੇ ਉਹਦੇ ਵਿੱਚ ਸੱਜ ਜਾਂਦੇ ਨੇ, ਔਰ ਜੋ ਦੇਵਤਾ ਨੇ ਉਹ ਪਾਤਸ਼ਾਹ ਨੂੰ ਚਵਰ ਸਾਹਿਬ ਕਰਨ ਲੱਗ ਪੈਂਦੇ ਨੇ, ਉਹਨਾਂ ਦੀ ਪਾਤਸ਼ਾਹ ਦੀ ਸੇਵਾ ਕਰਨ ਲੱਗ ਪੈਂਦੇ ਨੇ। ਔਰ ਪਾਤਸ਼ਾਹ ਪਹੁੰਚੇ ਪ੍ਰਭ ਬੈਕੁੰਠ ਸਥਾਨ, ਔਰ ਪਾਤਸ਼ਾਹ ਬੈਕੁੰਠ ਸੱਚਖੰਡ ਪਹੁੰਚ ਜਾਂਦੇ। ਹੁਣ ਸੰਗਤ ਜੀ, ਉੱਥੇ ਸੱਚਖੰਡ 'ਚ ਤੇ ਖੁਸ਼ੀਆਂ, ਕਿਉਂਕਿ ਪਰਮੇਸ਼ਵਰ ਆਪ ਉੱਥੇ ਪਹੁੰਚੇ ਨੇ, ਉਹਨਾਂ ਦੇ ਮੁਖੜੇ ਤੇ ਆਨੰਦ ਹੈ, ਖੁਸ਼ੀ ਹੈ, ਦੇਵਤਾ ਖੁਸ਼ ਨੇ, ਜੈ ਜੈਕਾਰ ਹੋ ਰਹੀ ਹੈ ਪਾਤਸ਼ਾਹ ਦੀ। ਔਰ ਦੇਵਤਾ ਆਪਸ ਦੇ ਵਿੱਚ ਪਾਤਸ਼ਾਹ ਦੀ ਸਿਫਤ ਸਲਾਹ ਕਰ ਰਹੇ ਨੇ ਕਿ ਦੇਖੋ ਕਿੰਨੇ ਵੱਡੇ ਨੇ ਪਾਤਸ਼ਾਹ, ਕਿੰਨੇ ਵੱਡੇ ਸਮਰੱਥ ਪਾਤਸ਼ਾਹ ਨੇ, ਸਰਬ ਕਲਾ ਭਰਪੂਰ ਨੇ। ਇਹਨਾਂ ਨੇ ਦਿੱਲੀ ਦਾ ਦੁੱਖ ਆਪਣੇ ਉੱਤੇ ਲੈ ਲਿਆ, ਇਹਨਾਂ ਨੇ ਆਪਣੇ ਦਰਸ਼ਨ ਦੇ ਦੇ ਕੇ ਸੰਗਤਾਂ ਨੂੰ ਇਹਨਾਂ ਨੇ ਠੀਕ ਕੀਤਾ, ਉਹਨਾਂ ਨੂੰ ਸਵਸਥ ਕੀਤਾ। ਇਹ ਕਿੰਨੇ ਵੱਡੇ ਨੇ ਪਾਤਸ਼ਾਹ, ਇਹ ਪੂਰੇ ਨੇ ਸਤਿਗੁਰੂ। ਇਹ ਔਰ ਜਿੱਥੋਂ ਜਿੱਥੋਂ ਤੱਕ ਜਿਸ ਜਿਸ ਦੇਵਤੇ ਦੀ ਹੋਂਦ ਸੀ, ਉੱਥੋਂ ਤੱਕ ਉਹ ਪਾਤਸ਼ਾਹ ਦੇ ਵਿਮਾਨ ਦੇ ਨਾਲ ਗਏ। ਪਾਤਸ਼ਾਹ ਦੀ ਸੇਵਾ ਦੇ ਵਿੱਚ ਪਾਤਸ਼ਾਹ ਨੂੰ ਚਵਰ ਸਾਹਿਬ ਕਰਦੇ ਕਰਦੇ ਉਹ ਉੱਥੇ ਗਏ, ਔਰ ਉਹਨਾਂ ਦੀ ਸਿਫਤ ਸਲਾਹ ਕਰ ਰਹੇ ਸੀ। ਇਹ ਤੇ ਸੰਗਤ ਜੀ ਸੀ ਸੱਚਖੰਡ ਦੀ ਗੱਲ। ਪਰ ਇੱਥੇ ਧਰਤੀ ਤੇ ਸੱਚਖੰਡ ਵਿੱਚ ਤੇ ਪਾਤਸ਼ਾਹ ਦੀ ਜੈ ਜੈਕਾਰ ਹੋ ਹੀ ਰਹੀ ਸੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਗੁਰ ਪੂਰੇ ਕੀ ਵਡਿਆਈ, ਤਾਕੀ ਕੀਮਤ ਕਹੀ ਨਾ ਜਾਈ। ਪਾਤਸ਼ਾਹ ਦੀ ਤੇ ਵਡਿਆਈ ਕਥੀ ਨਹੀਂ ਜਾ ਸਕਦੀ ਕਿ ਕਿੰਨੀ ਪਾਤਸ਼ਾਹ ਦੀ ਕਿੰਨੀ ਬੇਅੰਤ ਉਹਨਾਂ ਦੀ ਕਿਰਪਾ ਸੀ। ਔਰ ਇੱਥੇ ਧਰਤੀ ਦੇ ਉੱਤੇ ਜਦੋਂ ਪਾਤਸ਼ਾਹ ਦੇ ਸਰੀਰ ਤੇ ਦਾਣੇ ਸੀ, ਮਾਤਾ ਜੀ ਲਾਗੇ ਸਿਰਹਾਣੇ ਬੈਠੇ ਸੀ, ਪਰ ਮਾਤਾ ਜੀ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਚੁੱਕੀ ਸੀ। ਉਹਨਾਂ ਨੂੰ ਪਤਾ ਚੱਲ ਗਿਆ ਸੀ ਕਿ ਹੁਣ ਪਾਤਸ਼ਾਹ ਦੇ ਸਰੀਰ ਦੇ ਵਿੱਚ ਸਵਾਸ ਨਹੀਂ ਹਨ। ਪਰ ਉਹਨਾਂ ਨੇ ਫਿਰ ਵੀ, ਉਹਨਾਂ ਨੂੰ ਤੇ ਆਪ ਪਤਾ ਚੱਲ ਗਿਆ ਸੀ, ਪਰ ਉਹਨਾਂ ਨੇ ਫਿਰ ਵੀ ਸਿੱਖਾਂ ਨੂੰ ਕਿਹਾ ਕਿ ਦੇਖੋ ਭਾਈ, ਦੇਖੋ ਆਪ ਜੀ ਦੇ ਮਾਲਿਕ ਨੂੰ ਵੇਖੋ, ਇਹਨਾਂ ਨੂੰ ਕੋਲ ਹੋ ਕੇ, ਇਹਨਾਂ ਦੇ ਸਰੀਰ ਕੋਲ ਜਾ ਕੇ ਵੇਖੋ, ਦੇਖੋ ਇਹਨਾਂ ਦੇ ਸਵਾਸ ਚੱਲ ਰਹੇ ਹਨ ਕਿ ਨਹੀਂ। ਤੇ ਜਦੋਂ ਮਾਤਾ ਜੀ ਦਾ ਇਹ ਹੁਕਮ ਹੋਇਆ ਤੇ ਜੋ ਲਾਗੇ ਖੜੇ ਸੀ ਸੇਵਕ, ਉਹਨਾਂ ਨੇ ਜਦੋਂ ਪਾਤਸ਼ਾਹ ਦੇ ਮੁਖੜੇ ਦੇ ਉੱਤੋਂ ਚਾਦਰ ਹਟਾਈ, ਔਰ ਉਹਨਾਂ ਨੇ ਸਰੀਰ ਦਾ ਉਹਨਾਂ ਨੇ ਜਦੋਂ ਜਾਂਚ ਭਾਲ ਕੀਤੀ ਤੇ ਉਹਨਾਂ ਨੇ ਦੇਖਿਆ
कि ਉਹ ਤੇ ਦੇਖ ਕੇ ਸੰਗਤ ਜੀ ਹੈਰਾਨ ਹੋ ਗਏ, ਕਿਉਂਕਿ ਪਾਤਸ਼ਾਹ ਦੇ ਮੁਖੜੇ ਤੇ ਦਾਣੇ ਸੀ, ਪਰ ਹੁਣ ਉਹ ਕੀ ਦੇਖਦੇ ਨੇ ਕਿ ਪਾਤਸ਼ਾਹ ਦੇ ਮੁਖੜੇ ਤੇ ਇੱਕ ਵੀ ਦਾਣੇ ਦਾ, ਚੇਚਕ ਦਾ ਨਾਮ ਨਿਸ਼ਾਨ ਨਹੀਂ। ਪਾਤਸ਼ਾਹ ਦਾ ਮੁਖੜਾ ਤੇ ਉਸੇ ਤਰ੍ਹਾਂ ਖਿਲਿਆ ਹੋਇਆ ਹੈ ਜਿਸ ਤਰ੍ਹਾਂ ਪਾਤਸ਼ਾਹ ਕੀਰਤਪੁਰ ਸੰਗਤ ਕਰਦੇ ਸੀ ਔਰ ਦਰਬਾਰ ਵਿੱਚ ਬੈਠੇ ਹੋਏ ਉਹਨਾਂ ਦਾ ਮੁਖੜਾ ਖਿੜਿਆ ਹੋਇਆ ਰਹਿੰਦਾ ਸੀ, ਉਸੇ ਤਰ੍ਹਾਂ ਪਾਤਸ਼ਾਹ ਦਾ ਮੁਖੜਾ ਖਿੜਿਆ ਹੋਇਆ ਹੈ। ਫਿਰ ਉਸ ਸਿੱਖ ਨੇ ਸਰੀਰ ਤੇ ਜਾਂਚ ਪੜਤਾਲ ਕੀਤੀ ਔਰ ਫਿਰ ਸੰਗਤ ਜੀ ਸਰੀਰ ਬਿਲਕੁਲ ਸਵਸਥ ਲੱਗ ਰਿਹਾ ਸੀ, ਪਰ ਚਿੰਨ ਕੀ ਸੀ ਸੰਗਤ ਜੀ? ਚਿੰਨ ਸਿਰਫ ਕੀ ਹੁੰਦਾ, ਸਰੀਰ ਸਾਡਾ ਏਦਾਂ ਹੀ ਰਹਿੰਦਾ ਹੈ, ਪਰ ਸਿਰਫ ਚਿੰਨ ਕੀ ਰਹਿੰਦਾ ਹੈ, ਕੀ ਤਬਦੀਲੀ ਆਂਦੀ ਹੈ? ਸਿਰਫ ਇੱਕ ਸਵਾਸ ਦੀ। ਸਵਾਸ ਆ ਰਿਹਾ ਹੈ ਤੇ ਮਨੁੱਖ ਜਿੰਦਾ ਹੈ, ਸਵਾਸ ਨਹੀਂ ਹੈ ਤੇ ਮਨੁੱਖ ਜਿੰਦਾ ਨਹੀਂ ਹੈ। ਤੇ ਉਸ ਫਿਰ ਸੇਵਕ ਨੇ ਕੀ ਕੀਤਾ, ਪਾਤਸ਼ਾਹ ਦੇ ਨੱਕ ਦੇ ਕੋਲ ਹੱਥ ਲਿਜਾ ਕੇ ਮਹਿਸੂਸ ਕੀਤਾ ਕਿ ਪਾਤਸ਼ਾਹ ਦੇ ਸਵਾਸ ਚੱਲ ਰਹੇ ਹਨ ਕਿ ਨਹੀਂ। ਤੇ ਉਹਨੇ ਦੱਸਿਆ ਕਿ ਪਾਤਸ਼ਾਹ ਦੇ ਸਵਾਸ ਨਹੀਂ ਚੱਲ ਰਹੇ। ਤੇ ਜਦੋਂ ਸੰਗਤ ਜੀ ਉਹਨੇ ਦੇਖਿਆ ਕਿ ਪਾਤਸ਼ਾਹ ਦੇ ਸਵਾਸ ਨਹੀਂ ਚੱਲ ਰਹੇ, ਪਰ ਮੁਖੜਾ ਬਿਲਕੁਲ ਸਾਫ਼ ਹੈ, ਸਰੀਰ ਤੇ ਕੋਈ ਚਿੰਨ, ਕੋਈ ਚੇਚਕ ਦਾ ਨਿਸ਼ਾਨ ਨਹੀਂ ਦਿਖ ਰਿਹਾ, ਤੇ ਉਹਨੇ ਫਿਰ ਸਿੱਖ ਨੇ ਜੋ ਉੱਥੇ ਮਾਤਾ ਜੀ ਔਰ ਉੱਥੇ ਜੋ ਬਾਕੀ ਦੇ ਸਿੱਖ ਅੰਦਰ ਸੀ, ਤੇ ਉਹਨਾਂ ਨੂੰ ਦੱਸਿਆ ਕਿ ਪਾਤਸ਼ਾਹ ਸੱਚਖੰਡ ਪਿਆਨਾ ਕਰ ਚੁੱਕੇ ਹਨ। ਤੇ ਸੰਗਤ ਜੀ ਇਹ ਗੱਲ ਸੁਣਦੇ ਹੀ ਸਾਰਿਆਂ ਦੇ ਮਨ 'ਚ ਵਿਰਾਗ ਆ ਗਿਆ, ਸਾਰਿਆਂ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ, ਨੇਤਰਾਂ ਤੋਂ ਜਲ ਬਹਿਣ ਲੱਗ ਪਿਆ। ਰਬਾਬੀਆਂ ਨੇ ਬਾਹਰ ਕੀਰਤਨ ਸ਼ੁਰੂ ਕਰ ਦਿੱਤਾ। ਜਦੋਂ ਅੰਦਰ ਦਾ ਬੈਰਾਗ ਬਾਹਰ ਪਹੁੰਚਿਆ, ਅੰਦਰੋਂ ਸਾਰਿਆਂ ਦਾ ਬੈਰਾਗ, ਜਦੋਂ ਆਵਾਜ਼ ਬਾਹਰ ਤੱਕ ਆਈ ਤੇ ਬਾਹਰ ਵੀ ਸੰਗਤ ਦੇ ਵਿੱਚ ਬੈਰਾਗ ਛਾ ਗਿਆ ਕਿ ਪਾਤਸ਼ਾਹ ਆਪਣਾ ਸਰੀਰ ਤਿਆਗ ਗਏ ਨੇ, ਪਾਤਸ਼ਾਹ ਸੱਚਖੰਡ ਚਲੇ ਗਏ ਹਨ। ਤੇ ਸੰਗਤ ਜੀ ਉਧਰੋਂ ਔਰੰਗਜ਼ੇਬ ਨੂੰ ਵੀ ਪਤਾ ਲੱਗ ਗਿਆ ਕਿ ਸਤਿਗੁਰੂ ਆਪਣਾ ਸਰੀਰ ਤਿਆਗ ਚੁੱਕੇ ਹਨ। ਜਦੋਂ ਰਾਜਾ ਜੈ ਸਿੰਘ ਨੂੰ ਪਤਾ ਲੱਗਦਾ ਹੈ, ਉਹ ਵੀ ਸਵੇਰੇ ਸਵੇਰੇ ਜਲਦੀ ਉਹ ਵੀ ਆਪਣੀ ਰਾਣੀਆਂ ਦੇ ਸਮੇਤ ਆ ਕੇ ਉਹ ਪਾਤਸ਼ਾਹ ਦੇ ਕੋਲ ਆ ਕੇ ਬੈਠ ਜਾਂਦਾ ਹੈ, ਕਿਉਂਕਿ ਉੱਥੇ ਬਹੁਤ ਇਕੱਠ ਹੁੰਦਾ ਹੈ ਸੰਗਤਾਂ ਦਾ। ਜਦੋਂ ਔਰੰਗਜ਼ੇਬ ਨੂੰ ਪਤਾ ਲੱਗਦਾ ਹੈ, ਉਹ ਵੀ ਜਲਦੀ ਅੰਮ੍ਰਿਤ ਵੇਲੇ ਉੱਠਦਾ ਹੈ ਔਰ ਉਹ ਸੋਚਦਾ ਹੈ ਕਿ ਹੁਣ ਤੇ ਪਾਤਸ਼ਾਹ ਨੇ ਸਰੀਰ ਤਿਆਗ ਦਿੱਤਾ ਹੈ, ਤੇ ਹੁਣ ਹੀ ਮੈਂ ਜਾ ਕੇ ਪਾਤਸ਼ਾਹ ਦੇ ਦਰਸ਼ਨ ਕਰ ਲਵਾਂ। ਆਪਣੇ ਮਨ 'ਚ ਵਿਚਾਰ ਕਰਦਾ ਹੈ, ਕਹਿੰਦੇ ਜਿੰਦਿਆਂ ਜੀ ਤੇ ਮੈਨੂੰ ਉਹਨਾਂ ਨੇ ਦਰਸ਼ਨ ਦਿੱਤੇ ਨਹੀਂ। ਮੈਂ ਕਿੰਨੀ ਵਾਰ ਉਹਨਾਂ ਨੂੰ ਕਿਹਾ ਕਿ ਪਾਤਸ਼ਾਹ ਮੈਨੂੰ ਦਰਸ਼ਨ ਦੇ ਦਿਓ, ਮੈਨੂੰ ਦਰਸ਼ਨ ਦੇ ਦਿਓ, ਮੈਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਪਾਤਸ਼ਾਹ ਆਪਣੇ ਵਚਨ ਦੇ, ਆਪਣੇ ਪ੍ਰਣ ਦੇ ਇੰਨੇ ਪੱਕੇ ਕਿ ਉਹਨਾਂ ਨੇ ਮੈਨੂੰ ਦਰਸ਼ਨ ਨਹੀਂ ਦਿੱਤੇ। ਕਦੀ ਮੈਂ ਆਪਣਾ ਸ਼ਹਿਜ਼ਾਦਾ ਭੇਜਿਆ, ਬੜੇ ਵੱਡੇ ਬੰਦੇ ਵੀ ਮੈਂ ਭੇਜੇ ਕਿ ਮੈਨੂੰ ਦਰਸ਼ਨ ਦੇ ਦਿਓ, ਪਰ ਉਹ ਆਪਣੇ ਪ੍ਰਣ ਦੇ ਇੰਨੇ ਪੱਕੇ ਕਿ ਉਹਨਾਂ ਨੇ ਮੈਨੂੰ ਦਰਸ਼ਨ ਨਹੀਂ ਦਿੱਤੇ। ਔਰ ਹੁਣ ਮਨ 'ਚ ਔਰੰਗਜ਼ੇਬ ਸੋਚਦਾ ਹੈ, ਕਹਿੰਦਾ ਜਿੰਦੇ ਜੀ ਤੇ ਮੈਨੂੰ ਉਹਨਾਂ ਨੇ ਦਰਸ਼ਨ ਨਹੀਂ ਦਿੱਤੇ, ਪਰ ਹੁਣ ਤੇ ਉਹ ਸਰੀਰ ਵਿੱਚ ਨਹੀਂ ਹੈਗੇ, ਤੇ ਹੁਣ ਮੈਨੂੰ ਕੌਣ ਰੋਕ ਸਕਦਾ ਹੈ? ਹੁਣ ਤੇ ਮੈਂ ਉਹਨਾਂ ਦੇ ਦਰਸ਼ਨ ਕਰ ਲਾਂਗਾ, ਹੁਣ ਤੇ ਮੈਂ ਜਾਣਾ। ਇਸੀ ਸੋਚ ਦੇ ਵਿੱਚ ਉਹ ਜਲਦੀ ਤਿਆਰੀਆਂ ਕਰਦਾ ਹੈ ਕਿ ਮੈਂ ਜਾ ਕੇ ਪਾਤਸ਼ਾਹ ਦੇ ਦਰਸ਼ਨ ਕਰ ਲਵਾਂ। ਸੰਗਤ ਜੀ ਇਧਰੋਂ ਦੀ ਉਹ ਆਪਣੇ ਬੜੇ ਸੈਂਕੜੋ ਆਪਣੇ ਨਾਲ ਸੈਨਿਕ, ਆਪਣੀ ਸਾਰੀ ਰਾਣੀਆਂ ਲੈ ਕੇ ਔਰੰਗਜ਼ੇਬ ਉਹ ਤੁਰ ਪੈਂਦਾ ਹੈ ਆਪਣੇ ਮਹਿਲ ਚੋਂ। ਸੰਗਤ ਜੀ ਦਿੱਲੀ ਦਾ, ਮੁਲਕ ਦਾ ਉਹ ਬਾਦਸ਼ਾਹ ਸੀ, ਮੁਲਕ ਦਾ ਬਾਦਸ਼ਾਹ ਸੀ, ਉਹ ਤੁਰ ਪੈਂਦਾ ਹੈ। ਹੁਣ ਸੰਗਤ ਜੀ ਦਿਨ ਚੜ ਜਾਂਦਾ, ਅੰਮ੍ਰਿਤ ਵੇਲਾ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ ਹੈ, ਤੇ ਜੈ ਸਿੰਘ ਉੱਥੇ ਬੈਠਾ ਹੁੰਦਾ ਹੈ। ਇੱਕ ਸੇਵਕ ਜਾ ਕੇ ਰਾਜਾ ਜੈ ਸਿੰਘ ਨੂੰ ਖਬਰ ਪਹੁੰਚਾਉਂਦਾ ਹੈ ਕਿ ਰਾਜਾ ਜੀ, ਔਰੰਗਜ਼ੇਬ, ਬਾਦਸ਼ਾਹ ਔਰੰਗਜ਼ੇਬ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਇੱਧਰ ਆ ਰਹੇ ਨੇ, ਹੁਣ ਬਸ ਪਹੁੰਚਣ ਹੀ ਵਾਲੇ ਨੇ। ਤੇ ਰਾਜੇ ਨੂੰ ਔਰ
इन्नी देर च बादशाह दे आण दी आवाज आनी शुरू हो जाती है। राजा जय सिंह जांदा है, ओदे वजीर जांदे ने बाहर, ओनू ओदा ओ आके ओ जिथे आके रुकदा है, आके मुख द्वार ते औरंगजेब आके रुकदा है ते उथे आके रुक जांदा है ते जय सिंह आंदा है बाहर राजा नू लैण, बादशाह नू लैण वास्ते, क्योंकि आके ओनू सत्कार करदा है, क्योंकि ओनू ते सत्कार करेगा ही, क्योंकि ओदे अधीन सी राजा जय सिंह। राजा बादशाह औरंगजेब देखदा है कि उथे इन्ना हजारों लोकी इकट्ठे होए ने, हजारों च संगत है, बड़ियां बड़ियां वड्डियां लाइनां लगियां होइयां है संगत पातशाह दे दर्शन करन वास्ते। संगत जी अंदर वाले कमरे च जिथे पातशाह दा शरीर सी, उथे ते किसी नू जाण दी इजाजत नहीं सी, पर बाहरों ही लाइन च लग लग के संगत दूरों ही पातशाह दे दर्शन करके मत्था टेक के बैठ रही सी। बादशाह सोची जांदा है, कहंदा है हुण मैनू कौन रोकेगा, हुण ते मैनू कोई रोक ही नहीं सकदा, मैं ते बादशाह, मैं ते मुल्क दा बादशाह हां। जिंदे जी ਇਹਨਾਂ ने गुरु साहिब ने अपने पिता दा प्रण रखिया, पर हुण कोई की कर लेगा, हुण ते मैनू कोई रोक ही नहीं सकदा। ते ओ राजा जय सिंह जदों लैण जांदा है बाहर, औरंगजेब नू अपने नाल लैके आंदा है, संगतां नू आसे पासे हटा हटा के औरंगजेब नू अपने नाल लई आंदा है पातशाह दे कोल लैके जाण वास्ते। और जदों आ रहा हुंदा है तुरदे तुरदे, बादशाह पुछदा है कि कदों पातशाह ने अपना शरीर त्यागया, सारी जानकारी लै रहा हुंदा है राजा जय सिंह को। राजा जय सिंह कहंदा है अज अमृत वेले ही पातशाह ने अपना शरीर त्याग दिता। मन च सोची जा रहा है कि शरीर ते त्याग दिता है, मैं भी हुण इत्थों तक आ गया हाँ, हुण मैनू कौन रोक सकदा दर्शन करन वास्ते। यही सोच विचार दे करदे करदे राजा जय सिंह औरंगजेब नू बादशाह दे कमरे दे विच लै जांदा है। उथे की देखदा है औरंगजेब कि एक पासे माता जी बैठे हुए ने और नाल सेवक ने पातशाह दे, जाके खड़ा हो जाता है, जाके खड़ा हो जाता है वो कोल अंदर पहुंच के, और यही सोच रहा है कि मैं तो मुल्क फोटो का लग गई है, बादशाह, मैं तो फोटो बंद हुण की। मेरा कोई की कर लवेगा, हुण मेरा कोई की कर लवेगा, हुण ते मैनू कोई दर्शन करन तो रोक नहीं सकदा। यही मन च, और एक पासे मन च प्रसन्नता भी है कि हुण तक मैं पातशाह दे दर्शन नहीं कीते सी, पर अज मैं पहली बार, अज मैं देखो इन्हां दे दर्शन करांगा। ये एक मन च ओदे च प्रसन्नता भी सी कि कम से कम अज मैं दर्शन ते कर ही लवांगा ना। ते उत्थे माता जी बैठे अपने मन च विचार कर रहे ने कि किसी तरह औरंगजेब नू पातशाह दे दर्शन नहीं होने चाहिए, पातशाह दा प्रण रह जावे कि पातशाह औरंगजेब नू दर्शन ना देन। मैं नहीं चाहती कि पातशाह दे दर्शन करे औरंगजेब, और मैं चाहती हाँ कि पातशाह दा प्रण रह जाए। ते संगत जी ए और माता जी अपने मुख तो बोल भी नहीं रहे, क्योंकि वो विचार करते ने अपने मन दे विच कि अगर मैं बोलिया, अगर मैं दर्शन करन वास्ते मना किया, ये ते मुल्क दा बादशाह है, इत्थे ते लड़ाई झगड़े हो जाने ने। इसलिए माता जी अपने मुख तो कुछ नहीं बोलते, पर मन च चाहते ने कि औरंगजेब नू सतगुरां दे दर्शन ना होण, और सतगुर दा जो प्रण सी ओ रह जाए, उन्हां दे बचन रह जाए। ते आके औरंगजेब पातशाह दे मुखड़े दे सामने खड़ा हो जाता है, और एक सिख जो पिछे पातशाह दे सीस दे उत्ते जो चवर साहब कर रहा हुंदा है, सेवा कर रहा हुंदा है, ओनू आके औरंगजेब कहंदा है इन्हां दे मुखड़े तो पर्दा हटाओ, मैं इन्हां दे दर्शन करना चाहता है। मैं बड़ी उतावली विच आया हाँ, मैं
बड़ा उतावला हाँ पातशाह दे दर्शन करन वास्ते, मैं अपने सारे काम छड्ड के आया हाँ इन्हां दे दर्शन करन वास्ते। ते इसलिए हुण तुसी इन्हां दे मुखड़े तो पर्दा हटाओ, इन्हां दे मुखड़े तो चदर हटाओ और मैं इन्हां दे दर्शन करा। हुण संगत जी मुल्क दे बादशाह ने यह हुक्म दिता है, हुण सेवक बेचारा की करे। सेवक सेवक मन च सोचदा है, कहंदा है मुल्क दा बादशाह है, अगर मैं मना कर दिना या अगर मैं नहीं एदा कहना मानदा ते ए ते फिर झगड़े हो जाणगे। ते इसलिए सेवक मन मन विच पातशाह दे अगे अरदास करदा है कि हे सच्चे पातशाह, मैनू आज्ञा बख्शो, मैं आप जी दे चेहरे तो बस्तर हटा के इसनू आप जी दे दर्शन करवावां। हे सच्चे पातशाह मैनू आज्ञा बख्शो। अपने मन दे विचों अरदास कर रहा है सेवक पातशाह नू, और अरदास करके पातशाह नू मत्था टेक के ओ पातशाह दे मुखड़े तो जिस तरह चदर चदर हटांदा है, बादशाह उच्चा हो के देख रहा है कि मैनू जल्दी नाल मुखड़ा दिख जाए, मैनू जल्दी नाल मुखड़ा दिख जाए, मैं दर्शन कर ला। और जिस तरह ही सेवक पातशाह दे मुखड़े तो चदर हटांदा है संगत जी, औरंगजेब नू औरंगजेब की देखदा है कि चदर दे नीचे पातशाह दा शरीर ही नहीं है। पातशाह संगत जी गुरु साहेबान बेशक अपने शरीर च होण या ना होण, पर गुरु साहेबान दियां शक्तियां, उन्हां दियां रहमतां ये हमेशा नाल ही रहंदियां ने। अज गुरु साहेबान नहीं है, पर अगर संगत जी असी जो जो सच्चे मन नाल चाहता है वो अज भी उन्हां दे दर्शन कर लैंदा है। सारियां नू दर्शन हो रहे ने, जो सारे सिख खड़े ने उन्हां नू पातशाह दा मुखड़ा दिख रहा है, पातशाह दे दर्शन हो रहे ने, पर औरंगजेब नू पातशाह दे दर्शन नहीं हो रहे, औरंगजेब नू पातशाह दा मुखड़ा नहीं दिख रहा। और पातशाह ने एक होर लीला वरताई, एक होर लीला पातशाह ने खेडी कि जिस तरह ही मुखड़े तो चदर हटाई, औरंगजेब नू पातशाह दा मुखड़ा ते नहीं दिखया, शरीर ते नहीं दिखया, पर उस जिस तरह ही उस चदर हटी, ओनू पता नहीं की भयानक चीजां देखियां कि ओदे अपने दंद नाल दंद वजन लग गए डर नाल। शरीर ओदा जकड़िया गया, डर दे नाल ओदे मुखड़ा चिट्टा पै गया, और ओनू इस तरह प्रतीत होया कि ओदा एक एक अंग टूट के गिर जाएगा। और जिस तरह गिर जाएगा ओनू अपनी ओ निर्बल हो गया, एकदम निर्बल हो गया, शक्तिहीन हो गया, ओनू चक्कर आ गए। और जिस तरह ही ओ चक्कर खा के गिरन लगा भै दे नाल डर दे नाल उस वाले पासे, क्योंकि वो पातशाह दे मुखड़े दे सामने खड़ा सी, और चवर साहब जो सिख कर रहा सी उस दे ऊपर गिरन लगा चक्कर खा के, ते ओने ओनू सहारा दिता औरंगजेब नू संभलन दा, और ओनू संभालिया, गिरन तो संभालिया। और उस सेवक ने जल्दी नाल पातशाह दे मुखड़े ते वापस चदर दे नाल मुखड़ा ढक दिता। और जिस तरह ही पातशाह दा मुखड़ा ढकिया, औरंगजेब नू डर लगना भी बंद हो गया, ओदी दशा, ओदी जो निर्बलता आ गई सी, जो ओनू चक्कर आ रहे सी, ओदा शरीर भी ठीक होना शुरू हो गया, ओदी दशा भी होनी ठीक हो गई। और वो इन्ना भयभीत हो गया सी, इन्ना डर गया सी, वो पातशाह दा जो लीला देख के, उन्हां दा जो चमत्कार देख के पातशाह दी ओनू अंदाजा हो गया सी कि ए पातशाह ए पूरे पूरन परमेश्वर ने, सर्व कला भरपूर ने, ओ समर्थ गुरु ने, ओ पूरे गुरु ने। और इस तरह भयभीत होया कि एकदम पुठे पैर ही ओ वापस तुर पिया। अखां दे विचों ओदे जल आ गया, क्योंकि ओनू समझ आ गई सी कि ए पूरे पातशाह ने, ए पूरे सतगुरु ने, और इन्हां ने मैनू दर्शन नहीं दिते ते नहीं दिते।
उन्होंने अपना प्रण शरीर च रह के और शरीर च ना रहंदे होए भी उन्होंने अपने पिता दा प्रण पूरा किया। उन्होंने मैनू दर्शन नहीं दिते और जिस तरह ही वो बाहर वापस आया अगों उन्होंने राजा जय सिंह मिलिया और वो पूछना चाहता सी कि आप जी नू पातशाह दे दर्शन होए। पातशाह ने आप जी ने पातशाह दे दर्शन किते, किस तरह दा महसूस होया वो पूछना चाहता सी। पर औरंगजेब दी हालत देख के ओदे मुखड़े दा रंग देख के ओ जय सिंह समझ गया कि कि औरंगजेब नू पातशाह ने दर्शन नहीं दिते। और औरंगजेब सिफत सलाह करन लग गया कि ओ सतगुरु पूरे ने, ओ सतगुरु पूरे ने। और ये कह के अपने अखां च जल लैके, नेत्रां चों जल लैके ओ उसे तरह उथों दी चला गया। औरंगजेब दे जान तो बाद सिखा ने और जो मुखी सिख सीगे भाई गुरबख्श संत जी और राजा जय सिंह, इन्हों ने सिखा ने मिलके और मुखी सिखा ने मिलके पातशाह दे शरीर दे संस्कार दी संगत जी तैयारी की। जय सिंह मुखी सी, भाई गुरबख्श सिंह जी मुखी सी। इन्हों ने मर्यादा अनुसार सारे इन्होंने क्रिया जो अंतिम क्रिया सी ओदी तैयारी शुरू की। एक पासे बैरागमाई कीर्तन शुरू हो कीर्तन हो रहा सी, पातशाह दी सिफत सलाह दा कीर्तन हो रहा सी और सारे विच गल्लां भी कर रहे सी कि देखो ना कल तक हुण तक पातशाह दर्शन दे रहे सी और हुण पातशाह नहीं है, उन्होंने शरीर त्याग दिता। और संगतां नूं भी जो सेवक सी ना माता जी उन्हां नूं भी आदेश दे रहे सी भाई जाओ अपने मालिक वास्ते अपने सतगुरां वास्ते नवा पोशाका तैयार करो, जाओ तुसी ये काम करो। माता जी सारियां नूं कह के सब काम करा रहे सी। ते संगत जी सारे सिखा ने मिलके पातशाह दा, संगत जी उन्हां दी आयु छोटी सी, 7.5 साल तो कुछ उम्र ज्यादा सी, 8 साल दी पूरी उम्र नहीं सी, शरीर छोटा सी। उन्हां दे स्नान करन दी तैयारी की, सारियां दी अखां दे विच बैराग, सारियां दी अखां चो जल बह रहा सी और किन्ना चाह रहे सी कि साडे साडे अखां चो जल ना बहे, साडे अखां च आंसू ना आण। पर सारियां दा मोह इन्ना सी गुरु साहिबान वास्ते, पातशाह वास्ते प्रेम इन्ना सी, गुरु घर दे सब प्रेमी सिख सी। सारियां दी अखां च बैराग, नेत्रां च जल और पातशाह दे शरीर नू इशनान करन दियां तैयारियां उन्हां ने जल च सुगंधी पाई, गुलाब जल पाया और पातशाह नू बड़े बैरागी होके बड़े रोंदे रोंदे पातशाह नू उन्होंने पातशाह दे शरीर नू स्नान करवाया। स्नान करवा के एक सिख पोशाका लेके आया, पातशाह नू पोशाका नवा पोशाका पहनाया, सिर ते दस्तारा सजाया। अज दस्तार ते कलगी भी सजाई। जिस तरह पातशाह तैयार हुंदे सी जदों पातशाह दीवान सजदा सी, तैयार होके बैठदे सी, अज उसे तरह पातशाह नू सजाया गया। पातशाह नू सजाया गया और सारे बैराग मन दे नाल शब्द गायन कर रहे ने, ज्योति जोत रली संपूर्ण थिया राम, ज्योति जोत रली संपूर्ण थिया राम। हुण संगत जी उत्थे एक विमान ते आया सी जो सचखंड लैके गया पातशाह नू, पर एक विमान संगतां ने तैयार किया जिथे कि पातशाह दा शरीर जिथे सजना है। ਉਹ विमान तैयार हो रहा है, सारी संगत फुल्लां नाल सजा रही है। जिन्हों पता लगता कोई फुल लैके आ रहा है, कोई हार लैके आ रहा है, कोई धूप अगरबत्ती लैके आ रहा है, कोई सुगंधी लैके आ रहा है। राजा जय सिंह और सारे सियाने सिखा ने मिलके पातशाह दा शरीर चुकिया और वो विमान ते सजाया, विमान ते सजाया। और सारिया ने दूरों नेड़े जो संगतां आ रही ने सब फुल भेंट कर रहे ने, हार हार पा रहे ने।
पातशाह दा शरीर दिख ही नहीं रहा, सब फुल्लां दे उत्ते, सब फुल चारों तरफ पातशाह दे शरीर दे उत्ते फुल और हार ही हार, फुल ही फुल ने। पातशाह दा शरीर ਇਹ ਸਿੱਖਾਂ ਨੇ ਰਾਜਾ ਜੈ ਸਿੰਘ, ਭਾਈ ਗੁਰਬਖਸ਼ ਸਿੰਘ ਔਰ ਹੋਰ ਜੋ ਮੁਖੀ ਸਿੱਖ ਸੀ ਉਹਨਾਂ ਨੇ ਆਪਣੇ ਮੋਢੇ ਤੇ ਸਜਾਇਆ, ਮੋਢੇ ਤੇ ਸਜਾ ਕੇ ਔਰ ਉੱਥੋਂ ਦੀ ਸੰਗਤ ਜੀ ਉਹ ਤੁਰ ਪਏ, ਸਾਰਿਆਂ ਦੇ ਵਿੱਚ ਮਾਤਾ ਜੀ ਵੀ ਨਾਲ ਤੁਰ ਪਏ। ਅੱਗੇ ਅੱਗੇ ਕੀਰਤਨ ਹੋ ਰਿਹਾ ਹੈ, ਰਬਾਬੀ ਕੀਰਤਨ ਗਾਉਂਦੇ ਕਰਦੇ ਜਾ ਰਹੇ ਨੇ, ਪਿੱਛੇ ਪਾਤਸ਼ਾਹ ਦਾ ਸ਼ਰੀਰ ਹੈ ਵਿਮਾਨ ਵਿੱਚ ਸਜਿਆ ਹੋਇਆ ਹੈ, ਉਸ ਤੋਂ ਪਿੱਛੇ ਸੰਗਤ ਕੋਈ ਜਾਪ ਕਰ ਰਿਹਾ ਹੈ, ਕੋਈ ਕੋਈ ਸ਼ਬਦ ਕੀਰਤਨ ਕਰ ਰਿਹਾ ਹੈ, ਔਰ ਵਿੱਚ ਸੰਗਤਾਂ ਇਹ ਵੀ ਇਹ ਵੀ ਇਹ ਵੀ ਗੱਲਾਂ ਕਰ ਰਹੀਆਂ ਨੇ ਕਿ ਇਸ ਉਮਰ ਦੇ ਵਿੱਚ ਸਾਨੂੰ ਨਹੀਂ ਪਤਾ ਸੀ, ਇਹ ਉਮਰ ਤੇ ਸੀ ਕਿ ਪਾਤਸ਼ਾਹ ਦੀ ਬਰਾਤ ਚ ਅਸੀਂ ਜਾਂਦੇ, ਔਰ ਇਹ ਕਿਹੜਾ ਸਮੇਂ ਆ ਗਿਆ ਹੈ ਕਿ ਅਸੀਂ ਪਾਤਸ਼ਾਹ ਦੇ ਸ਼ਰੀਰ ਨੂੰ ਅਸੀਂ ਸ਼ਮਸ਼ਾਨ ਨੂੰ ਲੈ ਕੇ ਜਾ ਰਹੇ ਹਾਂ। ਐਨੀ ਛੇਤੀ ਇਹ ਦਿਨ ਆ ਜਾਣਾ ਸੀ, ਇਹ ਤੇ ਸਾਨੂੰ ਪਤਾ ਹੀ ਨਹੀਂ ਸੀ ਕਿ ਇਹ ਦਿਨ ਐਨੀ ਜਲਦੀ ਆ ਜਾਣਾ। ਸਾਰੇ ਗੱਲਾਂ ਕਰ ਰਹੇ ਨੇ ਔਰ ਸੰਗਤਾਂ ਸ਼ਬਦ ਕੀਰਤਨ ਉਹਦੇ ਚ ਹੋ ਰਿਹਾ ਹੈ ਕਿ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਸਾਰੇ ਬੜੇ ਭਾਰੀ ਮਨ ਦੇ ਨਾਲ ਨੇਤਰਾਂ ਚੋਂ ਜਲ ਵਗੀ ਜਾ ਰਿਹਾ, ਨਾਲ ਮਾਤਾ ਜੀ ਜਾ ਰਹੇ ਨੇ, ਸੰਗਤ ਜੀ ਮਾਤਾ ਜੀ ਜਾ ਰਹੇ ਨੇ ਤੇ ਸੋਚ ਰਹੇ ਨੇ, ਆਪਣੇ ਪੁੱਤਰ ਦੇ ਗੁਣਾਂ ਦੇ ਬਾਰੇ ਸੋਚ ਰਹੇ ਨੇ ਕਿ ਇਹ ਮੇਰਾ ਪੁੱਤਰ ਜਦੋਂ ਤੋਂ ਇਹਨਾਂ ਦਾ ਅਵਤਾਰ ਹੋਇਆ ਹੈ, ਕਿੰਨੇ ਗੁਣੀ ਸੀ, ਕਿੰਨੇ ਧੀਰਜਵਾਨ, ਕਿੰਨੇ ਕਰੁਣਾ ਦੇ ਭਰੇ, ਕਿੰਨੇ ਦਇਆਵਾਨ, ਔਰ ਜਿਸ ਤਰ੍ਹਾਂ ਪਾਤਸ਼ਾਹ ਦੇ ਗੁਣਾਂ ਨੂੰ ਉਹ ਯਾਦ ਕਰ ਰਹੇ ਨੇ ਨਾ, ਉਹਨਾਂ ਦੇ ਅੱਖਾਂ ਚੋਂ ਓਨੇ ਹੀ ਹੰਝੂ ਵਹੀ ਜਾ ਰਹੇ ਨੇ। ਹੁਣ ਸੰਗਤ ਜੀ ਬੇਸ਼ੱਕ ਤੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪਾਤਸ਼ਾਹ ਨੇ ਬਖਸ਼ ਦਿੱਤੀ ਸੀ, ਪਰ ਇੱਕ ਦਿਲ ਮਾਤਾ ਦਾ ਵੀ ਸੀ। ਜਿਸ ਤਰ੍ਹਾਂ ਆਪਣੇ ਪੁੱਤਰ ਸਤਿਗੁਰਾਂ ਦਾ ਉਹ ਗੁਣ ਉਹਨਾਂ ਦੇ ਚੇਤੇ ਕਰ ਰਹੇ ਸੀ, ਓਨਾ ਹੀ ਉਹਨਾਂ ਦੇ ਮਨ ਚ ਬੈਰਾਗ ਆਈ ਜਾ ਰਿਹਾ ਸੀ। ਤੁਰਦੇ 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 ਤ੍ਰਿਲੋਕ ਨਾਮਕ ਜਗ੍ਹਾ ਉੱਥੇ ਤੱਕ ਪਹੁੰਚੇ, ਔਰ ਉੱਥੇ ਇੱਕ ਪਾਸੇ ਜਮਨਾ ਬਹਿ ਰਹੀ ਸੀ, ਔਰ ਸਿੱਖਾਂ ਨੇ, ਸਤਿਗੁਰਾਂ ਦੇ ਪ੍ਰੇਮੀ ਸਿੱਖਾਂ ਨੇ ਚੰਦਨ ਦੀ ਲੱਕੜੀ ਐਨੀ ਇਕੱਠੀ ਕੀਤੀ, ਸਾਰੇ ਜੋ ਵੀ ਆ ਰਹੇ ਸੀ, ਕੋਈ ਲੱਕੜੀਆਂ ਲੈ ਕੇ ਆ ਰਿਹਾ ਚੰਦਨ ਦੀਆਂ, ਕੋਈ ਘਿਓ ਲੈ ਕੇ ਆ ਰਿਹਾ, ਕੋਈ ਫੁੱਲ ਲੈ ਕੇ ਆ ਰਿਹਾ, ਕੋਈ ਕੁਛ ਲੈ ਕੇ ਆ ਰਿਹਾ, ਸਾਰੇ ਆ ਕੇ ਉਹਨਾਂ ਨੇ ਇੱਕ ਜਗ੍ਹਾ ਤੇ ਲੱਕੜੀਆਂ ਇਕੱਠੀਆਂ ਕਰਕੇ, ਜਿਹਨੂੰ ਕਿ ਅਸੀਂ ਕਹਿੰਦੇ ਆ ਚਿਖਾ ਤਿਆਰ ਕੀਤੀ ਸੀ। ਚਿਖਾ ਤਿਆਰ ਕੀਤੀ ਚੰਦਨ ਦੀ ਲੱਕੜੀ ਦੀ, ਤੇ ਜਾ ਕੇ ਸਿੱਖਾਂ ਨੇ, ਰਾਜਾ ਜੈ ਸਿੰਘ ਨੇ, ਭਾਈ ਗੁਰਬਖਸ਼ ਮਸੰਦ ਜੀ ਨੇ ਜਾ ਕੇ ਪਾਤਸ਼ਾਹ ਦਾ ਸ਼ਰੀਰ ਉਸ ਚਿਖਾ ਦੇ ਉੱਤੇ ਸਜਾ ਦਿੱਤਾ, ਔਰ ਮਾਤਾ ਜੀ ਇੱਕ ਪਾਸੇ ਖੜੇ ਹੋ ਗਏ ਔਰ ਦੇਖ ਰਹੇ ਨੇ ਆਪਣੇ ਪੁੱਤਰ। ਸਿੱਖਾਂ ਨੇ ਉੱਪਰ ਲੱਕੜੀਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਔਰ ਸੰਗਤ ਜੀ ਦੇਖ ਲਓ, ਹੁਣ ਤੱਕ ਉਹਨਾਂ ਦੇ ਵੱਡੇ ਭਾਈ ਰਾਮ ਰਾਏ ਜੀ ਨਹੀਂ ਆਏ ਸੀ, ਹੁਣ ਤੱਕ ਨਹੀਂ ਆਏ। ਹੁਣ ਸੰਗਤ ਜੀ ਅਗਨੀ ਭੇਟਾ ਕੌਣ ਕਰੇਗਾ, ਅਗਨੀ ਕੌਣ ਦੇਗਾ, ਕਿਉਂਕਿ ਪਰਿਵਾਰ ਦਾ ਪੁਰਸ਼ ਉੱਥੇ ਕੋਈ ਨਹੀਂ। ਤੇ ਇਹ ਸਿੱਖ ਮਰਿਆਦਾ ਹੈ ਸੰਗਤ ਜੀ ਕਿ ਜਿੱਥੇ ਪਰਿਵਾਰ ਦੇ ਵਿੱਚ ਕੋਈ ਪੁਰਸ਼ ਨਾ ਹੋਵੇ, ਉਥੋਂ ਉਸ ਜਗ੍ਹਾ ਤੇ ਇਹ ਸਿੱਖ ਨੂੰ ਪਾਤਸ਼ਾਹ ਨੇ ਇਹ ਹੁਕਮ ਦਿੱਤਾ ਹੈ ਕਿ ਗੁਰੂ ਕਾ ਸਿੱਖ ਇਹ ਕਾਰਜ ਕਰੇਗਾ। ਇਹ ਜੋ ਬਖਸ਼ੀ ਹੈ ਪਾਤਸ਼ਾਹ ਨੇ, ਜੋ ਇਹ ਉਹਨਾਂ ਨੂੰ ਇਹ ਦਿੱਤਾ ਹੈ ਕਿ ਇਹ ਤੁਸੀਂ ਕਰ ਸਕਦੇ ਹੋ, ਇਹ ਕੋਈ ਵੀ ਗੁਰੂ ਸਿੱਖ ਨੂੰ ਉਹਨਾਂ ਨੇ ਇਹ ਹੁਕਮ ਕੀਤਾ ਹੈ ਕਿ ਇੱਕ ਗੁਰੂ ਸਿੱਖ ਉਹ ਕਾਰਜ ਕਰ ਸਕਦਾ ਹੈ, ਕਿਉਂਕਿ ਗੁਰੂ ਸਿੱਖ ਨੂੰ ਉਹਨੇ ਬੜੀ ਮਹੱਤਵਤਾ ਦਿੱਤੀ ਹੈ। ਪਾਤਸ਼ਾਹ ਨੇ ਇੱਕ ਗੁਰਸਿੱਖ ਨੂੰ ਬਹੁਤ ਜ਼ਿਆਦਾ ਉੱਚਾ ਮਾਣ ਦਿੱਤਾ ਹੈ। ਤੇ ਇੱਥੇ ਸੰਗਤ ਜੀ ਨਾਮ ਤੇ ਨਹੀਂ ਆਇਆ ਕਿ ਕਿਸ ਨੇ ਪਾਤਸ਼ਾਹ ਨੂੰ ਅਗਨੀ ਦਿਖਾਈ, ਪਰ ਜਿੱਥੇ ਤੱਕ ਸਾਰਿਆਂ ਦਾ ਅੰਦਾਜ਼ਾ ਹੈ, ਜੋ ਮੁਖੀ ਰਹੇ ਨੇ ਰਾਜਾ ਜੈ ਸਿੰਘ ਔਰ ਭਾਈ
गुरबख्श मसंद जी, जिथे तक इन्हों ने अंदाजा लगाया है कि भाई गुरबख्श मसंद जी ने चरणा वाले पासों पातशाह नूं अग्नि दिखाई। संगत जी, शरीर अग्नि भेट हो गया, शरीर अग्नि भेट हो गया। जदों तक अग्नि जल रही सी, सारे उथे लागे बैठे जाप कर रहे सी, जाप कर रहे सी। उस तो बाद जदों माता जी उठ के अपने उथे निजी स्थान ते आ जाते ने, उथे होर भी पहला तो ही बहुत हजारां च संगत बैठी हुई है, और इथों भी सब संगतां जाके माता जी दे नाल, राजा जय सिंह भी अपनी राणियां दे नाल जाके उथे माता जी दे पास बैठ जाते हैं। जाके फिर गल्लां करदे ने, सारे गल्लां कर रहे ने कि देखो ना, सामने पातशाह बैठे हुंदे सी, साडे नाल बचन बिलास करदे हुंदे सी, और अज देखो वो अग्नि दी भेटा चढ़ गए, अग्नि दे ओले हो गए, अज असी उन्हां दा मुखड़ा देख नहीं पा रहे हैं। सारे गल्लां करदे ने कि किन्नी छोटी उम्र दे विच, बाल अवस्था विच उन्हां नूं गुरता गद्दी मिली, ਉਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਐਨੇ ਵੱਡੇ ਆਸਨ ਤੇ ਇੱਕ 5 ਸਾਲ ਦੀ ਉਮਰ ਦੇ ਵਿੱਚ ਪਾਤਸ਼ਾਹ ਬੈਠੇ, ਉਹਨਾਂ ਨੇ ਗੁਰਤਾ ਗੱਦੀ ਸੰਭਾਲੀ, ਔਰ ਬਾਲ ਅਵਸਥਾ ਵਿੱਚ ਹੀ ਉਹਨਾਂ ਨੇ ਆਪਣਾ ਸਰੀਰ ਤਿਆਗ ਦਿੱਤਾ। ਸਾਰੇ ਇਹ ਆਪਸ ਚ ਬੈਠੇ ਇਹ ਗੱਲਾਂ ਕਰ ਰਹੇ ਨੇ, ਤੇ ਉਹ ਇਹ ਵੀ ਗੱਲਾਂ ਕਰਦੇ ਨੇ, ਕਹਿੰਦੇ ਨੇ ਅਗਰ ਪਾਤਸ਼ਾਹ ਚਾਹੁੰਦੇ ਤੇ ਉਹ ਆਪਣੀ ਆਪਣੀ ਉਮਰ ਵਧਾ ਸਕਦੇ ਸੀ, ਉਹਨਾਂ ਨੇ ਆਪਣੀ ਉਮਰ ਵੀ ਨਹੀਂ ਵਧਾਈ, ਕਿਉਂਕਿ ਸੰਗਤ ਜੀ ਇਹ ਸਭ ਚੀਜ਼ਾਂ ਇਹ ਗੁਰੂ ਸਾਹਿਬਾਨ ਦੇ ਆਪਣੇ ਹੱਥ ਚ ਸੀ। ਪਰ ਪਾਤਸ਼ਾਹ ਗੁਰੂ ਸਾਹਿਬਾਨ ਕੋਈ ਵੀ ਹੁਕਮ ਦੇ ਖਿਲਾਫ ਜਾਣਾ ਨਹੀਂ ਚਾਹੁੰਦੇ ਸੀ। ਉਹ ਕਹਿੰਦੇ ਸੀ ਕਿ ਜੋ ਪਰਮਾਤਮਾ ਦਾ ਹੁਕਮ ਹੈ ਸਾਡਾ, ਉਹੀ ਹੁਕਮ ਮੰਨਣਾ ਸਾਡਾ ਕਰਤੱਵ ਹੈ। ਤੇ ਫਿਰ ਸਾਰੇ ਕਹਿੰਦੇ ਨੇ ਕਿ ਮਾਤਾ ਜੀ ਤੁਸੀਂ ਸਾਨੂੰ ਪਾਤਸ਼ਾਹ ਦੀ, ਸਤਿਗੁਰਾਂ ਦੀ ਸਾਨੂੰ ਤੁਸੀਂ ਕਥਾ ਸੁਣਾਓ। ਤੇ ਮਾਤਾ ਜੀ ਬੜੇ ਗੰਭੀਰ ਹੁੰਦੇ ਨੇ, ਤੇ ਮਾਤਾ ਜੀ ਫਿਰ ਕਥਾ ਸ਼ੁਰੂ ਕਰਦੇ ਨੇ, ਕਹਿੰਦੇ ਨੇ ਇਹ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਰੇ ਪੁੱਤਰ ਸਨ। ਇਹਨਾਂ ਦੇ ਪਿਤਾ ਐਸੇ ਗੁਰਤਾ ਗੱਦੀ ਤੇ ਰਹੇ ਇਸ ਤੋਂ ਪਹਿਲਾਂ, ਔਰ ਉਹ ਕੀਰਤਪੁਰ ਰਹਿੰਦੇ ਹੁੰਦੇ ਸੀ। ਫਿਰ ਉਹ ਕਹਿੰਦੇ ਨੇ ਮੈਂ ਇਹਨਾਂ ਦੇ ਪਿਤਾ ਦੀ ਬੜੀ ਆਸ ਰੱਖ ਕੇ ਸੇਵਾ ਕੀਤੀ, ਬੜੀ ਆਸ ਰੱਖ ਕੇ ਉਹਨਾਂ ਦੀ ਸੇਵਾ ਕੀਤੀ ਕਿ ਮੈਨੂੰ ਇਹੋ ਜਿਹਾ ਪੁੱਤਰ ਮਿਲੇ ਕਿ ਜਿਹਦੇ ਵਿੱਚ ਬਹੁਤ ਗੁਣ ਹੋਣ। ਔਰ ਇਹਨਾਂ ਦੇ ਪਿਤਾ ਜੀ ਨੇ, ਕਿਉਂਕਿ ਸੰਗਤ ਜੀ ਉਹ ਨਾਮ ਨਹੀਂ ਲੈਂਦੇ ਹੁੰਦੇ ਸੀ, ਕਹਿੰਦੇ ਇਹਨਾਂ ਦੇ ਪਿਤਾ ਜੀ ਨੇ, ਵੱਡੇ ਗੁਰੂ ਸਾਹਿਬਾਨ ਨੇ ਮੈਨੂੰ ਵਰ ਦਿੱਤਾ ਕਿ ਆਪ ਜੀ ਦੇ ਘਰ ਤੁਰ ਪਰਮੇਸ਼ਵਰ ਦਾ ਅਵਤਾਰ ਹੋਏਗਾ, ਆਪ ਜੀ ਦਾ ਪੁੱਤਰ ਪਰਮੇਸ਼ਵਰ ਦਾ ਰੂਪ ਹੋਏਗਾ, ਬਹੁਤ ਹੀ ਗੁਣੀ ਹੋਏਗਾ। ਆਪ ਜੀ ਦਾ ਨਾਮ ਕ੍ਰਿਸ਼ਨ ਕੌਰ ਹੈ ਤੇ ਆਪ ਜੀ ਦੇ ਪੁੱਤਰ ਦਾ ਨਾਮ ਹਰਿਕ੍ਰਿਸ਼ਨ ਹੋਏਗਾ। ਉਹਨਾਂ ਨੇ ਪੈਦਾ ਹੋਣ ਤੋਂ ਪਹਿਲਾਂ ਹੀ ਪਾਤਸ਼ਾਹ ਦਾ ਨਾਮ ਰੱਖ ਦਿੱਤਾ ਸੀ। ਫਿਰ ਮਾਤਾ ਜੀ ਕਹਿੰਦੇ ਨੇ ਸੰਗਤ ਜੀ, ਸੌਣ ਦੇ ਮਹੀਨੇ 1713 ਸੰਮਤ 8 ਸਾਵਨ ਵਾਲਾ ਦਿਨ ਸੀ, ਬੁੱਧਵਾਰ ਵਾਲਾ ਦਿਨ ਸੀ। ਦਿਨ ਦੇ 7:30 ਘੜੀਆਂ ਚੜ ਚੁੱਕੀਆਂ ਸੀ ਤੇ ਸਤਿਗੁਰੂ ਨੇ ਮੇਰੀ ਕੁੱਖ ਤੋਂ ਅਵਤਾਰ ਧਾਰਨ ਕੀਤਾ। ਫਿਰ ਕਹਿੰਦੇ ਮੈਂ ਬੜੇ ਪ੍ਰੇਮ ਦੇ ਨਾਲ, ਮੈਂ ਬੜੇ ਪ੍ਰੇਮ ਦੇ ਨਾਲ ਇਹਨਾਂ ਦੀ ਪ੍ਰਤਪਾਲਨਾ ਕੀਤੀ। ਮੈਂ ਇਹਨਾਂ ਦਾ ਚਾਈ ਇਹਨਾਂ ਦੀ ਸੇਵਾ ਕੀਤੀ ਕਿ ਇਹ ਪਰਮੇਸ਼ਵਰ ਦਾ ਰੂਪ ਨੇ, ਇਹ ਪਰਮੇਸ਼ਵਰ ਦਾ ਰੂਪ ਨੇ। ਕਹਿੰਦੇ ਜਿਉਂ ਇਹ ਵੱਡੇ ਹੁੰਦੇ ਗਏ, ਇਹਨਾਂ ਦੀ ਸੁੰਦਰਤਾ ਹੋਰ ਵੱਧਦੀ ਗਈ। ਕਹਿੰਦੇ ਜਦੋਂ ਇਹ 5 ਸਾਲ ਦੇ ਹੋਏ, 5 ਸਾਲ 2 ਮਹੀਨੇ ਤੇ 29 ਦਿਨ ਦੇ ਜਦੋਂ ਹੋਏ, ਤੇ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਗੁਰਤਾ ਗੱਦੀ ਸੌਂਪ ਕੇ ਤੇ ਆਪ ਉਹ ਸੱਚਖੰਡ ਚਲੇ ਗਏ। ਸੰਗਤ ਜੀ 31 ਸਾਲ ਦੀ ਉਮਰ ਦੇ ਵਿੱਚ ਪਿਤਾ ਜੀ ਸੱਚਖੰਡ ਚਲੇ ਗਏ। ਫਿਰ ਉਹਨਾਂ ਨੇ ਕਿਹਾ, ਕਹਿੰਦੇ ਨੇ 5 ਸਾਲ
2 ਮਹੀਨੇ ਔਰ 29 ਦਿਨ ਦੀ ਇਹਨਾਂ ਦੀ ਉਮਰ ਸੀ ਜਦੋਂ ਇਹਨਾਂ ਨੂੰ ਗੁਰਤਾ ਗੱਦੀ ਮਿਲੀ। ਔਰ ਕਹਿੰਦੇ ਇਹਨਾਂ ਦੇ ਵੱਡੇ ਭਰਾ ਰਾਮ ਰਾਏ ਜੀ ਨੇ ਈਰਖਾ ਵੀ ਬੜੀ ਕੀਤੀ ਇਹਨਾਂ ਦੇ ਨਾਲ, ਔਰ ਉसी ਈਰਖਾ ਕਰਕੇ ਉਹਨਾਂ ਨੂੰ ਇੱਥੇ ਆਣਾ ਪਿਆ। ਰਾਮ ਰਾਏ ਜੀ ਦੀ ਈਰਖਾ ਕਰਕੇ ਉਹਨਾਂ ਨੂੰ ਇੱਥੇ ਆਣਾ ਪਿਆ। ਔਰ ਫਿਰ ਕਹਿੰਦੇ ਨੇ, ਕਹਿੰਦੇ ਦੇਖੋ ਨਾ, ਹੁਣ ਇਹਨਾਂ ਨੇ ਸਿਰਫ 2 ਸਾਲ 5 ਮਹੀਨੇ ਔਰ 29 ਦਿਨ, ਸੰਗਤ ਜੀ ਗੁਰਤਾ ਗੱਦੀ ਮਿਲੀ ਸੀ ਜਦੋਂ ਪਾਤਸ਼ਾਹ 5 ਸਾਲ 2 ਮਹੀਨੇ ਔਰ 29 ਦਿਨ ਦੇ ਸੀ। ਔਰ ਕਿੰਨੀ ਦੇਰ ਬਿਰਾਜਮਾਨ ਰਹੇ ਗੁਰਤਾ ਗੱਦੀ ਤੇ? 2 ਸਾਲ 5 ਮਹੀਨੇ ਔਰ 29 ਦਿਨ। ਤੇ ਮਾਤਾ ਜੀ ਕਹਿੰਦੇ ਨੇ ਦੇਖੋ ਨਾ, 2 ਸਾਲ 5 ਮਹੀਨੇ ਔਰ 29 ਦਿਨ ਗੁਰਤਾ ਗੱਦੀ ਤੇ ਰਹੇ ਨੇ, ਔਰ ਇਹ ਵੀ ਬੜੀ ਕਸ਼ਮਕਸ਼ ਦੇ ਵਿੱਚ ਸਮੇਂ ਬੀਤਿਆ ਹੈ, ਈਰਖਾ ਦੇ ਵਿੱਚ ਬੀਤਿਆ ਹੈ। ਹੁਣ ਉਹ ਮੈਨੂੰ ਛੱਡ ਕੇ ਚਲੇ ਗਏ ਨੇ, ਹੁਣ ਸਰੀਰ ਤਿਆਗ ਗਏ ਨੇ, ਤੇ ਹੁਣ ਜਦੋਂ ਹੁਣ ਪਰਮੇਸ਼ਵਰ ਦਾ ਹੁਕਮ ਹੋਣਾ ਹੈ, ਅਸੀਂ ਵੀ ਸਰੀਰ ਤਿਆਗ ਜਾਣਾ ਹੈ। ਤੇ ਸੰਗਤ ਜੀ ਇਹ ਸਾਰੀਆਂ ਗੱਲਾਂ ਇਹ ਮਾਤਾ ਜੀ ਸੰਗਤਾਂ ਨਾਲ ਕਰ ਰਹੇ ਨੇ, ਤੇ ਪਾਤਸ਼ਾਹ ਸਤਿਗੁਰੂ ਜੋਤੀ ਜੋਤ ਸਮਾ ਗਏ ਨੇ। ਤੇ ਇਹ ਜਿੰਨੀਆਂ ਅਸੀਂ ਪਾਤਸ਼ਾਹ ਨੂੰ ਨਮਨ ਕਰੀਏ ਕਿ ਉਹਨਾਂ ਨੇ ਇਹ ਦਿੱਲੀ ਦੇ ਉੱਤੇ ਜੋ ਉਧਾਰ ਕੀਤਾ ਹੈ, ਜੋ ਸੰਗਤਾਂ ਉੱਤੇ ਉਧਾਰ ਕੀਤਾ ਹੈ, ਉਹਨਾਂ ਦਾ ਅਸੀਂ ਇਹ ਰਿਣ ਅਸੀਂ ਸੰਗਤ ਜੀ ਕਦੀ ਅਸੀਂ ਚੁਕਾ ਹੀ ਨਹੀਂ ਸਕਦੇ। ਤੇ ਸੰਗਤ ਜੀ ਐਨੀ ਜੀ ਸੇਵਾ ਪ੍ਰਵਾਨ ਕਰਨਾ, ਬਹੁਤ ਗਲਤੀਆਂ ਬੇਦਬੀਆਂ ਹੋ ਜਾਂਦੀਆਂ ਨੇ ਪਾਤਸ਼ਾਹ ਦਾ ਇਤਿਹਾਸ ਕਰਦੇ ਹੋਏ, ਕਿਉਂਕਿ ਇਤਿਹਾਸ ਇੰਨਾ ਅਥਾਹ ਹੈ, ਇੰਨਾ ਵੱਡਾ ਹੈ ਕਿ ਅਸੀਂ ਬਿਆਨ ਨਹੀਂ ਕਰ ਸਕਦੇ। ਸਾਡਾ ਅਸੀਂ ਬਹੁਤ ਛੋਟੇ ਹਾਂ ਪਾਤਸ਼ਾਹ ਦਾ ਇਤਿਹਾਸ ਬੋਲਣ ਵਾਸਤੇ, ਦੱਸਣ ਵਾਸਤੇ, ਕਹਿਣ ਵਾਸਤੇ, ਤੇ ਇਸ ਲਈ ਗਲਤੀਆਂ ਬਹੁਤ ਹੋ ਜਾਂਦੀਆਂ ਨੇ। ਤੇ ਸੰਗਤ ਜੀ क्षमा ਕਰ ਦੇਣਾ, ਮਾਫ ਕਰ ਦੇਣਾ। ਤੇ ਆਓ ਅਸੀਂ ਰਲ ਕੇ ਇਹ 2-4 ਪੰਕਤੀਆਂ ਪਾਤਸ਼ਾਹ ਦੀ ਸਿਫਤ ਸਲਾਹ ਵਿੱਚ ਪੜ੍ਹੀਏ। वाहे गुरु जी ज्योति ज्योत रली, ज्योति ज्योत रली, ज्योति ज्योत रली, ज्योति ज्योत रली, संपूर्ण थिया राम, संपूर्ण थिया राम, संपूर्ण थिया राम, संपूर्ण थिया राम। सूरज किरण मिले, सूरज किरण मिले, जल का जल हुआ राम, जल का जल हुआ राम। जल का जल हुआ राम, जल का जल हुआ राम। ज्योति ज्योत रली, ज्योति ज्योत रली, संपूर्ण थिया राम, संपूर्ण थिया राम। सतगुर मेरा सदा सदा, सतगुर मेरा सदा सदा,
ना आवे ना जाए, ना आवे ना जाए। ओ अविनाशी पुरख है, ओ अविनाशी पुरख है, ओ अविनाशी पुरख है, ओ अविनाशी पुरख है। सब में रहा समाए, सब में रहा समाए। सब में रहा समाए, सब में रहा समाए। श्री हरि कृष्ण त्याये, श्री हरि कृष्ण त्याये, श्री हरि कृष्ण त्याये, श्री हरि कृष्ण त्याये। जिस डिठे सब दुख जाए, जिस डिठे सब दुख जाए। तेग बहादुर सिमरिया, गुरु तेग बहादुर सिमरिया। गुरु तेग बहादुर सिमरिया, गुरु तेग बहादुर सिमरिया। करनो निद आवे ताए, सब थाई होए सहाय। सब थाई होए सहाय, सब थाई होए सहाय। हर मन तन बसिया सोई, हर मन तन बसिया सोई। जय जयकार करे सब कोई, जय जयकार करे सब कोई। जय जयकार करे, जय जयकार करे। जय जयकार करे, जय जयकार करे। जय जयकार करे सब कोई, जय जयकार करे सब कोई। गुरपुरे की वड्याई, गुरपुरे की वड्याई। ताकि कीमत कहीं न जाई, ताकि कीमत कहीं न जाई। ताकि कीमत कहीं न जाई, ताकि कीमत कहीं न जाई। दुख पंजन तेरा नाम जी, दुख पंजन तेरा नाम। दुख पंजन तेरा नाम जी, दुख पंजन तेरा नाम। आठ पहर आराध्य पूरन सतगुर ज्ञान। आठ पहर आराध्य पूरन सतगुर ज्ञान। ऐसे गुरु को बल बल जाइए, आप मुकत मोहि तारे। ऐसे गुरु को बल बल जाइए, आप मुकत मोहि तारे। आप मुकत मोहि तारे, आप मुकत मोहि तारे। ज्योति ज्योत रली, ज्योति ज्योत रली। संपूर्ण थिया राम, संपूर्ण थिया राम। सूरज किरण मिले, सूरज किरण मिले।
सूरज किरण मिले, सूरज किरण मिले, जल का जल हुआ राम, जल का जल हुआ राम। ज्योति ज्योत रली, ज्योति ज्योत रली, ज्योति ज्योत रली, ज्योति ज्योत रली। संपूर्ण थिया राम, संपूर्ण थिया राम। श्री हरि कृष्ण ध्याय, श्री हरि कृष्ण ध्याय, जिस डिठे सब दुख जाए, जिस डिठे सब दुख जाए। जिस डिठे सब दुख जाए, जिस डिठे सब दुख जाए। श्री हरि कृष्ण ध्याय, श्री हरि कृष्ण ध्याय। श्री हरि कृष्ण ध्याय, श्री हरि कृष्ण ध्याय। श्री हरि कृष्ण ध्याय, श्री हरि कृष्ण ध्याय, जिस डिठे सब दुख जाए, 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 जिस डिठे सब दुख जाए। वाहिगुरु, वाहिगुरु जी का खालसा, वाहिगुरु जी की फतेह।